ਐਸੇ ਕਰਨ ਕਾਰਣ ਦੀਨ ਦਿਆਲ ਭਗਤ ਬਛਲ ਅਨਾਥ ਨਾਥ ਜਗਤ ਗੁਰੂ। ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕਲਗੀਧਰ ਸਾਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਔਰ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਸੁਆਮੀ ਭੰਗਾਣੀ ਦੇ ਜੰਗ ਲੜਨ ਦੀਆਂ ਤਿਆਰੀਆਂ ਕਰ ਰਹੇ ਨੇ। 400 ਪਠਾਨ ਤੇ ਉਹਨਾਂ ਦੇ 3 ਜਰਨੈਲ ਸਤਿਗੁਰਾਂ ਕੋਲੋਂ ਬਾਗੀ ਹੋ ਕੇ ਨੱਠ ਗਏ ਨੇ। ਰਾਜੇ ਫਤਿਹ ਸ਼ਾਹ ਨੂੰ ਜਾ ਰਲੇ ਨੇ। ਇੱਕ ਪਠਾਨ ਕਾਲੇ ਖਾਨ ਤੇ ਦੇ 100 ਸਾਥੀ ਸਤਿਗੁਰਾਂ ਤੋਂ ਨਮਕ ਹਰਾਮੀ ਹੋ ਕੇ ਨਹੀਂ ਦੌੜੇ। ਕਲਗੀਧਰ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਦੇ ਨਾਲ ਰਹਿ ਕੇ ਜੰਗ ਦੇ ਮੈਦਾਨ 'ਚ ਲੜਾਂਗੇ। ਸਤਿਗੁਰੂ ਜੀ ਨੇ ਆਪਣੇ ਕੋਲੋਂ 2 ਕੀਮਤੀ ਸੋਨੇ ਦੇ ਕੰਗਣ ਤੇ ਦੁਸ਼ਾਲਾ ਕਾਲੇ ਖਾਂ ਨੂੰ ਦੇ ਕੇ ਆਖਿਆ, ਤੇਰੇ ਤੇ ਸਾਡੀ ਖੁਸ਼ੀ ਹੈ ਔਰ ਅਸੀਂ ਆਪਣੀ ਖੁਸ਼ੀ ਨਾਲ ਤੈਨੂੰ ਛੁੱਟੀ ਦੇ ਰਹੇ ਹਾਂ, ਤੂੰ ਚਲਾ ਜਾ। ਇਹਨੇ ਆਖਿਆ, ਆਪ ਜੀ ਦਾ ਹੁਕਮ, ਪਰ ਮੈਂ ਉਹਨਾਂ ਬਾਗੀ ਹੋਏ ਪਠਾਣਾਂ ਦੇ ਨਾਲ ਜਾ ਕੇ ਨਹੀਂ ਰਲਣਾ। ਇੱਧਰ ਪੀਰ ਬੁੱਧੂ ਸ਼ਾਹ ਕੋਲ ਖਬਰ ਪਹੁੰਚੀ ਕਿ ਮੇਰੀ ਸਿਫਾਰਿਸ਼ 'ਤੇ ਜਿਹੜੇ ਪਠਾਨ ਸਤਿਗੁਰਾਂ ਨੇ ਆਪਣੇ ਕੋਲ ਰੱਖੇ ਨੇ ਉਹ ਮਹਾਰਾਜ ਜੀ ਦੇ ਕੋਲੋਂ ਜੰਗ ਦੇ ਮੈਦਾਨ ਦੇ ਮੌਕੇ ਕਾਇਰ ਤੇ ਗੀਦੀ ਬਣ ਕੇ ਨੱਠ ਗਏ ਹਨ। ਔਰ ਇਹ ਸੁਨੇਹਾ ਪੀਰ ਬੁੱਧੂ ਸ਼ਾਹ ਨੂੰ ਖੁਦ ਕਲਗੀਧਰ ਜੀ ਨੇ ਭੇਜਿਆ ਚਿੱਠੀ ਦੇ ਕੇ। ਤੋ ਪੀਰ ਜੀ ਉਸ ਵੇਲੇ ਆਪਣੇ 700 ਮੁਰੀਦ ਇਕੱਠੇ ਕੀਤੇ, 4 ਪੁੱਤਰਾਂ ਦੇ ਸਮੇਤ ਕਹਿ ਦਿੱਤਾ ਸਭ ਨੂੰ, ਉਹੀ ਚੱਲਿਓ ਜਿਨ੍ਹਾਂ ਨੂੰ ਮਰਨਾ ਕਬੂਲ ਹੈ, ਕਿਉਂਕਿ ਜੰਗ ਦੇ ਮੈਦਾਨ ਵਿੱਚ ਅਸੀਂ ਲੜਨ ਲਈ ਜਾ ਰਹੇ ਹਾਂ। ਤੋ ਪੀਰ ਬੁੱਧੂ ਸ਼ਾਹ ਨੇ ਸਢੋਰੇ ਤੋਂ ਆਪਣੇ 700 ਮੁਰੀਦ ਤੇ 4 ਪੁੱਤਰਾਂ ਨੂੰ ਨਾਲ ਲਿਆ ਔਰ ਸ੍ਰੀ ਪੌਂਟਾ ਸਾਹਿਬ ਨੂੰ ਚੱਲ ਪਿਆ। ਰਸਤੇ 'ਚ ਇੱਕ ਥਾਂ ਤੇ ਡੇਰਾ ਕਰਕੇ ਅਗਲੇ ਦਿਨ ਫਿਰ ਚੱਲ ਰਿਹਾ। ਇੱਧਰ ਭੰਗਾਣੀ ਦੇ ਜੰਗ ਦੇ ਵਿੱਚ ਜਿਹੜਾ ਭੰਗਾਣੀ ਦਾ ਮੈਦਾਨ ਮਹਾਰਾਜ ਜੀ ਨੇ ਚੁਣਿਆ, ਉੱਥੇ ਮੋਰਚਾਬੰਦੀ ਸਤਿਗੁਰਾਂ ਦੇ ਸੂਰਮਿਆਂ ਨੇ ਕਰ ਦਿੱਤੀ ਹੋਈ ਸੀ। ਆਓ ਮਨ ਔਰ ਬਿਰਤੀਆਂ ਸਾਹਿਬੇ ਕਮਾਲ ਕਲਗੀਧਰ ਦੇ ਚਰਨਾਂ ਨਾਲ ਜੋੜੀਏ। ਪੌਂਟਾ ਸਾਹਿਬ ਦੀ ਧਰਤੀ ਤੇ ਸੁਰਤ ਨੂੰ ਲੈ ਚੱਲੀਏ, ਜਿੱਥੇ ਮੇਰੇ ਪਾਤਸ਼ਾਹ ਨੇ ਇਹ ਚੋਜ ਕੀਤਾ ਹੈ ਔਰ ਆਪਣੇ ਜੀਵਨ ਕਾਲ ਦੀ ਪਹਿਲੀ ਜੰਗ ਮਹਾਰਾਜ ਜੀ ਨੇ ਲੜੀ ਹੈ। ਆਓ ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹਾਂ। ਜਿੱਥੇ ਸਰੀਰ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਕਈ ਵੀਰ ਹਾਜ਼ਰੀਆਂ ਲਵਾ ਰਹੇ ਨੇ, ਉੱਥੇ ਸੁਰਤੀਆਂ ਕਰਕੇ ਵੀ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਈਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਤਿਗੁਰ ਕੇ ਪਟ ਕੁਛ ਹੋਤੇ ਜਹ ਪੰਗਾਣੀ ਥਾਨ। ਪੰਗਾਣੀ ਦਾ ਜਿੱਥੇ ਮੈਦਾਨ ਹੈ, ਜਿੱਥੇ ਮਹਾਰਾਜ ਜੀ ਨੇ ਚੋਣ ਕੀਤੀ ਹੈ ਦੁਸ਼ਮਣ ਦਲ ਨੂੰ ਰੋਕਣ ਦੀ, ਉੱਥੇ ਮਹਾਰਾਜ ਜੀ ਦੇ ਕੁਝ ਸੁਪਾਟ ਸੂਰਮੇ ਮੋਰਚੇ ਲਾ ਕੇ ਬੈਠੇ ਸਨ, ਕਿਉਂਕਿ ਉਸੇ ਰਸਤਿਓਂ ਫਤਿਹ ਸ਼ਾਹ ਨੇ ਫੌਜਾਂ ਲੈ ਕੇ ਆਉਣਾ ਸੀ। ਤੋ ਮਹਾਰਾਜ ਜੀ ਦੇ ਸੂਰਮੇ ਉੱਥੇ ਮੋਰਚਾਬੰਦੀ ਕਰਕੇ ਬੈਠੇ ਹੋਏ ਨੇ। ਫਤਿਹ ਸ਼ਾਹ ਆਗਮਨ ਕੋ ਸੁਨ ਕਰ ਕੈ ਨਿਜ ਕਾਨ। ਉੱਥੇ ਪੰਗਾਣੀ ਦੇ ਮੈਦਾਨ 'ਚ ਜਿਹੜੇ ਸਤਿਗੁਰਾਂ ਦੇ ਸੂਰਮੇ ਯੋਧੇ ਨੇ, ਉਹਨਾਂ ਨੂੰ ਖਬਰ ਮਿਲੀ ਹੈ ਕਿ ਰਾਜਾ ਫਤਿਹ ਸ਼ਾਹ ਆਪਣੀ ਫੌਜ ਦੇ ਸਮੇਤ ਬਿਲਕੁਲ ਪੰਗਾਣੀ ਦੇ ਨੇੜੇ ਪਹੁੰਚਣ ਵਾਲਾ ਹੈ। ਇਹ ਖਬਰ ਜਦੋਂ ਸਤਿਗੁਰਾਂ ਦੇ ਸੂਰਮਿਆਂ ਨੂੰ ਪ੍ਰਾਪਤ ਹੋਈ, ਚੋਪਈ ਸੁਧ ਭੇਜੀ ਸਤਿਗੁਰ ਕੇ ਤੀਰ। ਉਸੇ ਵਕਤ ਮਹਾਰਾਜ ਜੀ ਦੇ ਸੂਰਮਿਆਂ ਨੇ ਰਾਜੇ ਫਤਿਹ ਸ਼ਾਹ ਦੇ ਆਉਣ ਦੀ ਜਿਹੜੀ ਖਬਰ ਹੈ ਕਿ ਮਹਾਰਾਜ ਫਤਿਹ ਸ਼ਾਹ ਬਿਲਕੁਲ ਪੰਗਾਣੀ ਦੇ ਨੇੜੇ ਆ ਚੁੱਕਾ ਹੈ, ਇਹ ਦੱਸਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਬਰ ਭੇਜੀ ਹੈ। ਆਇਓ ਨ੍ਰਿਪ ਲੈ ਅਨਗਨ ਵੀਰ। ਸੇਵਾਦਾਰ ਨੇ ਆ ਕੇ ਦੱਸਿਆ, ਮਹਾਰਾਜ ਰਾਜਾ ਫਤਿਹ ਸ਼ਾਹ ਆਪਣੇ ਨਾਲ ਅਣਗਿਣਤ ਫੌਜਾਂ ਲੈ ਕੇ ਆ ਰਿਹਾ ਹੈ। ਦੂਰੋਂ ਘੋੜਿਆਂ ਦੇ ਪੌੜਾਂ ਨਾਲ ਉੱਡਦੀ ਮਿੱਟੀ ਨਜ਼ਰ ਆ ਰਹੀ ਹੈ, ਔਰ ਸਾਡੇ ਜਿਹੜੇ ਸੂਹੀਏ ਨੇ ਉਹਨਾਂ ਨੇ ਖਬਰ ਦਿੱਤੀ ਹੈ ਕਿ ਉਹ ਬਿਲਕੁਲ ਨੇੜੇ ਆ ਚੁੱਕਾ ਹੈ, ਔਰ ਉਹਦੇ ਨਾਲ ਅਣਗਿਣਤ ਫੌਜਾਂ ਹਨ। ਔਰ ਹੰਕਾਰ ਅਧਿਕ ਜਿਨ ਧਰਿਓ। ਫਤਿਹ ਸ਼ਾਹ ਜੀ ਦੇ ਮਨ ਵਿੱਚ ਬੜਾ ਭਾਰੀ ਹੰਕਾਰ ਹੈ, ਹੰਕਾਰ ਦੀ ਬਿਰਤੀ ਨਾਲ ਹੈਂਕੜ ਦੇ ਨਾਲ ਚੜ ਕੇ ਆ ਰਿਹਾ ਹੈ। ਭੋਰ ਹੋਤਈ ਚਾਹਤ ਲਰਿਓ। ਮਹਾਰਾਜ ਸ਼ਾਮ ਪੈ ਚੁੱਕੀ ਹੈ ਤੇ ਕੱਲ ਸਵੇਰ ਹੁੰਦਿਆਂ ਤੱਕ ਹੋ ਸਕਦਾ ਫਤਿਹ ਸ਼ਾਹ ਜੰਗ ਦੇ ਮੈਦਾਨ ਵਿੱਚ, ਪੰਗਾਣੀ ਦੇ ਮੈਦਾਨ ਵਿੱਚ ਆ ਕੇ ਜੰਗ ਦਾ ਨਗਾਰਾ ਵਜਾ ਦੇਵੇ। ਕੱਲ ਸਵੇਰੇ ਉਹਨੇ ਲੜਾਈ ਸ਼ੁਰੂ ਕਰ ਦੇਣੀ ਹੈ। ਆਪ ਕਰੋ ਤਿਆਰੀ ਸਭ ਰੀਤ। ਏ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ, ਅੱਜ ਦੀ ਰਾਤ ਦਾ ਸਾਡੇ ਕੋਲ ਸਮਾਂ ਹੈ। ਜਿਹੜੀਆਂ ਤਿਆਰੀਆਂ ਹਾਲੇ ਕੁਝ ਰਹਿੰਦੀਆਂ ਨੇ, ਉਹ ਤਿਆਰੀ ਆਪ ਜੀ ਕਿਰਪਾ ਕਰਕੇ ਸੰਪੂਰਨ ਕਰ ਲਵੋ, ਕਿਉਂਕਿ ਕੱਲ ਸਵੇਰ ਹੁੰਦਿਆਂ ਜੰਗ ਛਿੜ ਜਾਣੀ ਹੈ। ਆਵੋ ਲਿਓ ਤੁਰਤ ਰਿਪ ਜੀਤ। ਮਹਾਰਾਜ ਜੇ ਦੁਸ਼ਮਣ ਆਵੇ ਤੇ ਆਉਂਦੇ ਹੋਏ ਦੁਸ਼ਮਣ ਨੂੰ ਤੁਰਤ ਫੁਰਤੀ ਜਿੱਤ ਲਈਏ, ਇਹੋ ਜੀ ਆਪ ਜੀ ਕਿਰਪਾ ਕਰੋ, ਵਿਉਂਤ ਬਣਾਓ। ਇਸ ਮੈਂ ਦੇਰ ਨ ਜਾਣੋ ਕੋਈ। ਕਿਉਂਕਿ ਰਾਜੇ ਫਤਿਹ ਸ਼ਾਹ ਦੇ ਆਉਣ ਦੇ ਵਿੱਚ, ਪਹਾੜੀਆਂ ਦੇ ਆਉਣ ਦੇ ਵਿੱਚ ਹੁਣ ਕੋਈ ਬਹੁਤੀ ਦੇਰ ਨਹੀਂ ਲੱਗਣੀ। ਨਿਸ਼ਚੇ ਪ੍ਰਾਤ ਮਹਾਰਣ ਹੋਈ। ਇਸ ਗੱਲ ਦਾ ਪੂਰਨ ਤੌਰ ਤੇ ਨਿਰਣਾ ਹੋ ਗਿਆ ਕਿ ਕੱਲ ਦਾ ਦਿਨ ਚੜ੍ਹਦਿਆਂ, ਸੂਰਜ ਚੜ੍ਹਦਿਆਂ ਜੰਗ ਛਿੜ ਜਾਣਾ ਹੈ। ਆਏ ਪਾਵਟੇ ਸਤਿਗੁਰ ਪਾਸ। ਮਹਾਰਾਜ ਜੀ ਨੂੰ ਇਹ ਖਬਰ ਦੇਣ ਲਈ ਪੰਗਾਣੀ ਦੇ ਮੈਦਾਨ 'ਚੋਂ ਇੱਕ ਸਿੱਖ ਨੇ ਪੌਂਟਾ ਸਾਹਿਬ ਪਹੁੰਚ ਕੇ, ਕਿਉਂਕਿ ਪੌਂਟਾ ਸਾਹਿਬ ਤੋਂ ਤਕਰੀਬਨ 5-6 ਕੋਹ ਦੀ ਵਾਟ ਦੇ ਉੱਤੇ ਪੰਗਾਣੀ ਦਾ ਅਸਥਾਨ ਹੈ, ਉਥੋਂ ਪੌਂਟਾ ਸਾਹਿਬ ਆ ਕੇ ਉਹਨੇ ਮਹਾਰਾਜ ਜੀ ਨੂੰ ਖਬਰ ਦਿੱਤੀ। ਸਕਲ ਵਾਰਤਾ ਕੀਨ ਪ੍ਰਕਾਸ਼। ਜੋ ਉੱਥੇ ਪੰਗਾਣੀ ਦੇ ਸਿੱਖਾਂ ਨੇ ਦੱਸਿਆ, ਉਹ ਆ ਕੇ ਸਾਰੀ ਵਾਰਤਾ ਸਿੱਖ ਨੇ ਕਲਗੀਧਰ ਜੀ ਨੂੰ ਸੁਣਾਈ ਹੈ। ਸੁਨ ਸਭ ਰੀਤ ਕੀਨ ਰਣ ਤਿਆਰੀ। ਸੁਣ ਕੇ ਮਹਾਰਾਜ ਜੀ ਨੇ ਸਰਬ ਰੀਤੀਆਂ ਨਾਲ ਤਿਆਰੀ ਕਰ ਲਈ ਹੈ। ਇੱਕ ਸਿੱਖ ਟਿਗ ਪਿਖ ਗਿਰਾ ਉਚਾਰੀ। ਮਹਾਰਾਜ ਜੀ ਦੇ ਲਾਗੇ ਇੱਕ ਸਿੱਖ ਖੜਾ ਸੀ, ਉਹਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸਾਧ ਉਦਾਸੀ ਜੇ ਸਮੁਦਾਏ। ਉਸ ਸਿੱਖ ਨੂੰ ਮਹਾਰਾਜ ਜੀ ਨੇ ਆਗਿਆ ਕੀਤੀ, ਆਖਿਆ ਜਿਹੜੇ ਸਾਡੇ ਉਦਾਸੀ ਸਾਧੂ ਇੱਥੇ ਆਪਣੇ ਨਾਲ ਫਿਰਦੇ ਨੇ, ਉਦਾਸੀ ਸਾਧੂਆਂ ਦਾ ਜਿਸ ਥਾਂ ਤੇ ਡੇਰਾ ਹੈ, ਸਭ ਕੇ ਸੰਗ ਕਹੋ ਅਬ ਜਾਏ। ਉਹਨਾਂ ਸਾਰੇ ਉਦਾਸੀ ਸਾਧੂਆਂ ਨੂੰ ਜਾ ਕੇ ਸਾਡਾ ਸੁਨੇਹਾ ਦਿਓ, ਉਹਨਾਂ ਨੂੰ ਜਾ ਕੇ ਸਾਡਾ ਬਚਨ ਸੁਣਾਓ। ਸਿਰ ਪਰ ਬਾਂਧ ਲਿਓ ਦਸਤਾਰ। ਸਾਰੇ ਉਦਾਸੀ ਸਾਧਾਂ ਨੂੰ ਕਹੋ ਕਿ ਉਹ ਸਾਰੇ ਆਪੋ ਆਪਣਿਆਂ ਸਿਰਾਂ ਤੇ ਦਸਤਾਰਾਂ ਬੰਨ੍ਹ ਲੈਣ।
ਦਸਤਾਰਾਂ ਬੰਨ੍ਹ ਕੇ ਆਪੋ ਆਪਣੀਆਂ ਤਿਆਰੀਆਂ ਕਰ ਲੈਣ, ਕਿਉਂਕਿ ਆਮ ਤੌਰ ਤੇ ਉਦਾਸੀ ਜਿਹੜੇ ਨੇ ਉਹ ਸੀਸ ਦੇ ਉੱਤੇ, ਸਿਰ ਦੇ ਉੱਤੇ ਚਖੂਟਾ ਬੰਨ੍ਹਦੇ ਹਨ। ਮਹਾਰਾਜ ਜੀ ਨੇ ਕਿਹਾ ਵੀ ਸਾਰੇ ਉਦਾਸੀ ਜਿੰਨੇ ਵੀ ਨੇ ਉਹ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਬੰਨ੍ਹ ਲੈਣ। ਕਰ ਉਤਸਾਹ ਸ਼ਸਤਰ ਲਿਓ ਤਾਰ। ਔਰ ਉਤਸ਼ਾਹ ਧਾਰਨ ਕਰਕੇ ਜਿੰਨੇ ਸਾਧ ਨੇ ਸਾਰੇ ਸ਼ਸਤਰ ਧਾਰਨ ਕਰ ਲਵੋ। ਜਿਹਦੇ ਕੋਲ ਨਹੀਂ ਸ਼ਸਤਰ ਉਹ ਆ ਕੇ ਖਜ਼ਾਨੇ ਚੋਂ ਸ਼ਸਤਰ ਲੈ ਲੈਣ। ਸਮੈ ਯੁੱਧ ਕੋ ਅਬ ਵਿਦਤਾਇਓ। ਕਿਉਂਕਿ ਇਸ ਵੇਲੇ ਜੰਗ ਦਾ ਸਮਾਂ ਆਣ ਪਿਆ, ਔਰ ਇਸ ਜੰਗ ਦੇ ਮਾਹੌਲ ਦੇ ਵਿੱਚ ਅਸੀਂ ਚਾਹੁੰਦੇ ਹਾਂ ਜਿੱਥੇ ਸਾਡੇ ਸਾਰੇ ਸੂਰਮੇ ਲੜਨੇ ਨੇ, ਉੱਥੇ ਜਿੰਨੇ ਉਦਾਸੀ ਸਾਧ ਨੇ ਇਹ ਵੀ ਅੱਗੇ ਹੋ ਕੇ ਜੰਗ ਦੇ ਮੈਦਾਨ 'ਚ ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ ਲੜਨ। ਭੋਗ ਮੋਖ ਦੋਨੋਂ ਕੋ ਪਾਇਓ। ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਹੁਣ ਲੜੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਭੋਗ ਔਰ ਮੋਖ ਦੋਵੇਂ ਦਾਨ ਪ੍ਰਾਪਤ ਹੋਣਗੇ। ਭੋਗ ਦਾ ਮਤਲਬ ਸੰਸਾਰ ਦੇ ਜਿਤਨੇ ਸੁੱਖ ਨੇ, ਮੋਖ ਦਾ ਮਤਲਬ ਆ ਪਰਲੋਕ ਦੇ ਜਿੰਨੇ ਸੁੱਖ ਨੇ। ਇਸ ਵੇਲੇ ਜੰਗ ਦਾ ਸਮਾਂ ਬਣ ਆਇਆ। ਜਿਹੜਾ ਜੰਗ ਦੇ ਮੈਦਾਨ 'ਚ ਲੜੇਗਾ ਉਹਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੋਣਗੇ। ਜਿਮ ਜਿਮ ਕੋ ਪੁਰਸ਼ਾਰਥ ਧਰੈ। ਜੰਗ ਦੇ ਮੈਦਾਨ 'ਚ ਜਿਸ ਜਿਸ ਤਰ੍ਹਾਂ ਦਾ ਕੋਈ ਪੁਰਸ਼ਾਰਥ ਕਰੇਗਾ, ਬਲ ਧਾਰਨ ਕਰਕੇ ਲੜੇਗਾ। ਵੱਧ ਵੱਧ ਅਗਰ ਰਿਪਨ ਬਦ ਕਰੇ। ਜਿੰਨੇ ਪੁਰਸ਼ਾਰਥ ਨਾਲ ਵੱਧ ਕੇ ਅੱਗੇ ਦੁਸ਼ਮਣਾਂ ਨਾਲ ਲੜੇਗਾ, ਦੁਸ਼ਮਣਾਂ ਦਾ ਵੱਧ ਕਰੇਗਾ, ਤਿਮ ਤਿਮ ਦੀਰਗ ਪ੍ਰਾਪਤ ਰਾਜੂ। ਉਹਨੂੰ ਜਿੰਨਾ ਕੋਈ ਅੱਗੇ ਵੱਧ ਕੇ ਜਿੰਨੇ ਵੱਧ ਦੁਸ਼ਮਣਾਂ ਨੂੰ ਮਾਰੇਗਾ, ਮਹਾਰਾਜ ਜੀ ਕਹਿੰਦੇ ਉਹਦੇ ਕੋਲ ਓਨਾ ਹੀ ਵੱਧ ਰਾਜ ਭਾਗ ਹੋਵੇਗਾ, ਉਹਨੂੰ ਓਨਾ ਹੀ ਵੱਧ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ। ਗਨ ਗਜ ਬਾਜੀ ਸਹਿਜ ਸਮਾਜੂ। ਅਨੇਕਾਂ ਹਾਥੀ ਘੋੜਿਆਂ ਦੇ ਸਹਿਜ ਸਮਾਜ ਦੇ ਸਹਿਤ, ਰਾਜ ਸਮਾਜ ਦੇ ਸਹਿਤ ਹੋਣਗੇ ਉਹ ਸੂਰਮੇ। ਲਘੂ ਕੋ ਕਰੇ ਪਾਏ ਲਘੂ ਸੋਈ। ਤੇ ਜੇ ਕੋਈ ਥੋੜਾ ਪੁਰਸ਼ਾਰਥ ਧਾਰਨ ਕਰਕੇ ਥੋੜੇ ਜੇ ਢੈਂਦੇ ਹੌਸਲੇ ਨਾਲ ਲੜੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਓਨਾ ਛੋਟਾ ਰਾਜ ਪ੍ਰਾਪਤ ਹੋਵੇਗਾ। ਮਮ ਸਿੱਖਨ ਚਿਤ ਰਾਜ ਸੋਈ। ਇਸ ਸਾਰੀ ਛਿਤ ਤੇ ਸਾਰੀ ਧਰਤੀ ਦੇ ਉੱਤੇ ਮੇਰਿਆਂ ਸਿੱਖਾਂ ਦਾ ਰਾਜ ਹੋਵੇਗਾ, ਮੇਰੇ ਸਿੱਖਾਂ ਦੇ ਰਾਜ ਦਾ ਬੋਲਬਾਲਾ ਹੋਵੇਗਾ। ਜੋ ਨਿਸ਼ਕਾਮ ਮਰੇ ਰਣ ਮਾਈ। ਤੇ ਜੇ ਕਿਸੇ ਦੇ ਮਨ 'ਚ ਰਾਜ ਕਰਨ ਦੀ ਇੱਛਾ ਨਹੀਂ ਹੈ, ਜਿਹੜੇ ਨਿਸ਼ਕਾਮ ਹੋ ਕੇ ਜੰਗ ਦੇ ਮੈਦਾਨ 'ਚ ਲੜ ਕੇ ਸ਼ਹੀਦੀ ਪਾਉਣਗੇ, ਤਿਸ ਕੋ ਜਗਤ ਫੇਰ ਫੇਰ ਨਾਈ। ਉਸ ਨੂੰ ਇਸ ਜਗਤ ਦੇ ਵਿੱਚ ਦੁਬਾਰਾ ਫੇਰਾ ਨਹੀਂ ਪ੍ਰਾਪਤ ਹੋਵੇਗਾ। ਉਹਨਾਂ ਨੂੰ ਮੁੜ ਕੇ ਸੰਸਾਰ ਦੇ ਵਿੱਚ ਦੁਬਾਰਾ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਣਾ ਪਵੇਗਾ। ਦੀਨ ਦੁਨੀ ਨੈ ਬਨੋ ਸਹਾਏ। ਔਰ ਦੀਨ ਦੁਨੀਆ ਦੇ ਵਿੱਚ ਮੈਂ ਉਹਨਾਂ ਦਾ ਸਹਾਈ ਨਹੀਂ ਹੋਣਾ। ਬਖਸ਼ੋ ਭੋਗ ਮੋਖ ਇਸ ਪਾਏ। ਮਹਾਰਾਜ ਜੀ ਕਹਿੰਦੇ ਦੀਨ ਦੁਨੀਆ ਦੇ ਵਿੱਚ ਦੋਹਾਂ ਜਹਾਨਾਂ ਵਿੱਚ ਮੈਂ ਉਹਨਾਂ ਦਾ ਸਹਾਈ ਹੋਵਾਂਗਾ। ਔਰ ਜਿਹੜੇ ਕਾਮਨਾ ਸਹਿਤ ਲੜਨਗੇ ਉਹਨਾਂ ਨੂੰ ਭੋਗ ਵੀ ਮਿਲੇਗਾ, ਉਹਨਾਂ ਨੂੰ ਮੋਖ ਵੀ ਪ੍ਰਾਪਤ ਹੋਵੇਗਾ। ਭੋਗ ਮੋਖ ਦੋਨੇ ਦਾਨ ਉਹਨਾਂ ਨੂੰ ਪ੍ਰਾਪਤ ਹੋਣਗੇ। ਸੁਨ ਕਰ ਗਇਓ ਉਦਾਸੀਨ ਪਾਸੀ। ਮਹਾਰਾਜ ਜੀ ਦਾ ਬਚਨ ਸੁਣ ਕੇ ਉਹ ਸਿੱਖ ਜਿੱਥੇ ਉਦਾਸੀ ਸੰਤਾਂ ਦਾ ਡੇਰਾ ਸੀ, ਕਿਸ ਜਗ੍ਹਾ ਤੇ ਸੀ, ਜਿੱਥੇ ਅੱਜ ਕੱਲ ਮਹੰਤ ਕਿਰਪਾਲ ਦਾਸ ਉਦਾਸੀ ਜੀ ਦੀ ਸਿਲਾ ਪਈ ਹੋਈ ਹੈ। ਪੌਂਟਾ ਸਾਹਿਬ ਤੋਂ ਨਾਲ ਹੀ ਥੱਲੜੇ ਪਾਸੇ ਨੂੰ ਉਤਰੀਏ ਤੇ ਮਹੰਤ ਕਿਰਪਾਲ ਦਾਸ ਜੀ ਦਾ ਉਹ ਸਥਾਨ ਹੈ, ਉਹ ਸਿਲਾ ਹੈ ਜਿੱਥੇ ਬਹਿ ਕੇ ਉਹ ਭਜਨ ਕਰਦੇ ਰਹੇ ਨੇ। ਉੱਥੇ ਸਾਰੇ ਉਦਾਸੀਆਂ ਦਾ ਡੇਰਾ ਸੀ। ਤਾਂ ਉਸ ਵਕਤ ਮਹਾਰਾਜ ਜੀ ਦਾ ਬਚਨ ਸੁਣ ਕੇ, ਆਗਿਆ ਸੁਣ ਕੇ ਸਿੱਖ ਉਦਾਸੀਆਂ ਦੇ ਡੇਰੇ ਵੱਲ ਗਿਆ ਹੈ। ਸਤਿਗੁਰ ਕੀ ਤੈ ਗਿਰਾ ਪ੍ਰਕਾਸ਼ੀ। ਉੱਥੇ ਜਿੰਨੇ ਉਦਾਸੀ ਸੰਤ ਬੈਠੇ ਸਨ, ਤਕਰੀਬਨ 500 ਉਦਾਸੀ ਸਾਧ ਸਨ ਉੱਥੇ ਬੈਠੇ। ਉਹਨਾਂ ਨੂੰ ਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਾਇਆ। ਹੁਕਮ ਪਇਓ ਮਾਨੋ ਸੁਖ ਪਾਵੋ। ਆਖਿਆ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਸਤਿਗੁਰਾਂ ਦਾ ਹੁਕਮ ਹੋਇਆ ਲੜਨ ਵਾਸਤੇ ਕਿ ਤੁਸੀਂ ਭੰਗਾਣੀ ਦੇ ਜੰਗ ਵਿੱਚ ਕੱਲ ਨੂੰ ਜੰਗ ਛਿੜਨਾ ਤੇ ਤੁਸੀਂ ਵੀ ਨਾਲ ਹੋ ਕੇ ਜੰਗ ਲੜਨਾ। ਇਹ ਸਤਿਗੁਰੂ ਜੀ ਦਾ ਹੁਕਮ ਹੋਇਆ। ਜੇ ਤੁਸੀਂ ਗੁਰਦੇਵ ਦੇ ਹੁਕਮ ਨੂੰ ਮੰਨੋਗੇ ਤੁਹਾਨੂੰ ਦੋਹਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੋਣਗੇ। ਜਨਮ ਮਰਨ ਕੋ ਬੰਧ ਮਿਟਾਵੋ। ਜਿਹਦੇ ਲਈ ਤੁਸੀਂ ਅਨਕ
ਤਪੱਸਿਆ ਕਰ ਰਹੇ ਹੋ, ਅਨੇਕਾਂ ਪ੍ਰਕਾਰ ਦੀ ਘਾਲਣਾ ਘਾਲ ਰਹੇ ਹੋ ਕਿ ਤੁਹਾਨੂੰ ਜਨਮ ਮਰਨ ਤੋਂ ਮੁਕਤੀ ਮਿਲ ਜਾਏ, ਉਹ ਜਨਮ ਮਰਨ ਦੀ ਮੁਕਤੀ ਤੁਹਾਨੂੰ ਕੱਲ ਇੱਕੋ ਦਿਨ 'ਚ ਹੀ ਪ੍ਰਾਪਤ ਹੋ ਸਕਦੀ ਹੈ। ਜੇ ਤੁਸੀਂ ਕਲਗੀਧਰ ਜੀ ਦੇ ਹੁਕਮ ਦੀ ਪਾਲਣਾ ਕਰੋ, ਜੰਗ ਦੇ ਮੈਦਾਨ 'ਚ ਜੂਝੋ ਤੇ ਤੁਹਾਡਾ ਜਨਮ ਮਰਨ ਮਿਟ ਜਾਵੇਗਾ। ਪੁਨ ਸਭ ਸੁਪਟਨ ਹੁਕਮ ਸੁਨਾਵਾ। ਫਿਰ ਸਾਰਿਆਂ ਸੂਰਮਿਆਂ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ। ਗੁਰ ਤੇ ਦਾਨ ਲਿਹੋ ਮਨ ਪਾਵਾ। ਜਿੰਨੇ ਮਹਾਰਾਜ ਜੀ ਦੇ ਸੂਰਮੇ ਸਨ ਸਭ ਨੂੰ ਕਹਿ ਦਿੱਤਾ, ਭਾਈ ਗੁਰੂ ਸਾਹਿਬ ਜੀ ਦਾਨ ਦੇ ਰਹੇ ਨੇ ਤੇ ਦਾਨ ਵੀ ਦੋਹਾਂ ਜਹਾਨਾਂ ਦਾ ਦੇ ਰਹੇ ਨੇ, ਭੋਗ ਔਰ ਮੋਖ। ਇਹ ਦੋਵੇਂ ਦਾਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਰਹੇ ਨੇ। ਐ ਸੂਰਮਿਓ ਬਹਾਦਰੋ, ਝੋਲੀਆਂ ਤੱਡ ਲਓ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਇਹ ਭੋਗ ਤੇ ਮੋਖ ਦਾ ਦਾਨ ਪ੍ਰਾਪਤ ਕਰੋ। ਹੋਤ ਪ੍ਰਭਾਤ ਜੰਗ ਕੀ ਤਿਆਰੀ। ਕੱਲ ਸਵੇਰ ਹੁੰਦਿਆਂ ਦਿਨ ਚੜ੍ਹਦਿਆਂ ਜੰਗ ਦੀ ਤਿਆਰੀ ਹੈ। ਨਗਾਰਿਆਂ ਤੇ ਚੋਭਾਂ ਲੱਗ ਜਾਣੀਆਂ ਜੰਗ ਦੇ ਮੈਦਾਨ 'ਚ ਲੜਨ ਲਈ। ਸ਼ਸਤਰ ਤੁਰੰਗਨ ਲਿਓ ਸੰਭਾਰੀ। ਆਪੋ ਆਪਣੇ ਸ਼ਸਤਰ ਘੋੜੇ ਤਿਆਰ ਬਰ ਤਿਆਰ ਰੱਖੋ, ਸਵਾਰ ਲਓ ਚੰਗੀ ਤਰ੍ਹਾਂ। ਜੇ ਕਿਸੇ ਦਾ ਕੋਈ ਸ਼ਸਤਰ ਮਾੜਾ ਮੋਟਾ ਖੁੰਡਾ ਤੇ ਉਹਨੂੰ ਰਾਤੋਂ ਰਾਤ ਰੇਤੀ ਲਾ ਕੇ ਚੰਗੀ ਤਰ੍ਹਾਂ ਤਿੱਖਾ ਕਰ ਲਵੋ। ਸੁਨ ਸੂਰਨ ਕੇ ਚਿੱਤ ਉਮਾਹੇ। ਜਦੋਂ ਮਹਾਰਾਜ ਜੀ ਦਾ ਇਹ ਹੁਕਮ ਸੁਣਿਆ ਨਾ ਯੋਧਿਆਂ ਨੇ ਕਿ ਕੱਲ ਸਵੇਰੇ ਜੰਗ ਸ਼ੁਰੂ ਹੋਣਾ, ਸੂਰਮਿਆਂ ਨੂੰ ਚਾਅ ਚੜ੍ਹ ਗਿਆ। ਉਹ ਕਹਿੰਦੇ ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਉਡੀਕਾਂ ਕਰਦੇ ਸੀ, ਕਦੋਂ ਜੰਗ ਦੇ ਮੈਦਾਨ ਦਾ ਮਾਹੌਲ ਬਣੇ ਤੇ ਅਸੀਂ ਰਣ ਤੱਤੇ 'ਚ ਲੜ ਕੇ ਆਪਣਾ ਆਪ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੋਂ ਕੁਰਬਾਨ ਕਰ ਦਈਏ। ਵਾਂਚਤ ਵਸਤ ਲੀਨ ਗੁਰ ਪਾਹੇ। ਜੋ ਜੋ ਚਾਹੀਦਾ ਸੀ ਕਿਸੇ ਨੂੰ, ਜੇ ਕਿਸੇ ਸੂਰਮੇ ਕੋਲ ਕੋਈ ਮਾੜੀ ਮੋਟੀ ਢਿੱਲ ਮੱਠ ਸੀ, ਯਾਨੀ ਕਿ ਜੇ ਕਿਸੇ ਨੂੰ ਕੋਈ ਵਸਤੂ ਚਾਹੀਦੀ ਸੀ, ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕਰ ਲਈ। ਕਾਤਰ ਡਰੇ ਮਨੋ ਮ੍ਰਿਤਿਉ ਆਈ। ਪਰ ਜਿਹੜੇ ਕੰਮ ਦਿਲ ਸੀ ਨਾ ਉਹ ਡਰਦੇ ਨੇ, ਉਹ ਕਹਿੰਦੇ ਲੱਗਦਾ ਮੌਤ ਆ ਗਈ ਹੈ, ਮਿਰਤੂ ਨੇ ਆਣ ਪਹੁੰਚਿਆ, ਮਿਰਤੂ ਸਾਡੇ ਸਿਰ ਤੇ ਮੰਡਰਾ ਰਹੀ ਹੈ। ਚੱਲਿਓ ਚਾਹੇ ਨਿਤ ਕਾਨ ਕਢਾਈ। ਉਹ ਜਿਹੜੇ ਕਾਇਰ ਸਨ ਉਹ ਹੁਣ ਕਹਿੰਦੇ ਵੀ ਹੁਣ ਕਿਸੇ ਤਰੀਕੇ ਇੱਥੋਂ ਨਿਕਲ ਜਾਈਏ ਤੇ ਚੰਗਾ ਹੈ। ਇਮ ਕਰਤੇ ਸੰਧਿਆ ਹੋਏ ਆਈ। ਕਹਿੰਦੇ ਸ਼ਾਮ ਦਾ ਵੇਲਾ ਹੋ ਗਿਆ, ਰਾਤ ਪੈਣ ਲੱਗੀ। ਖਾਨ ਪਾਨ ਸਭ ਕੀਨ ਬਣਾਈ। ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਪ੍ਰਸ਼ਾਦਾ ਭੋਜਨ ਪੱਕ ਕੇ ਤਿਆਰ ਹੋਇਆ। ਉਤੇ ਪੰਜ ਸੈ ਸਕਲ ਉਦਾਸੀ। ਉਹ ਜਿਹੜੇ 500 ਉਦਾਸੀ ਸਾਧ ਸੀ ਇਹ ਕਾਇਰ ਬਣ ਗਏ, ਭੀਰੂ ਬਣ ਗਏ। ਕਹਿੰਦੇ ਮੌਤ ਆ ਗਈ ਸਿਰ ਤੇ, ਕੌਣ ਮੌਤ ਨੂੰ ਜਾ ਕੇ ਸਹੇੜੇ। ਉਹ ਜਿਹੜੇ 500 ਉਦਾਸੀ ਸਾਧਾਂ ਦਾ ਡੇਰਾ ਸੀ, ਮਿਲ ਮਸਲਤ ਕੀ ਨਸ ਪੈਰਾਸੀ। ਉਹਨਾਂ ਸਾਰੇ ਸਾਧਾਂ ਨੇ ਆਪਸ ਵਿੱਚ ਮਿਲ ਕੇ ਮਨ 'ਚ ਭੈ ਰੱਖ ਕੇ, ਡਰ ਰੱਖ ਕੇ ਆਪਸ ਵਿੱਚ ਸਲਾਹ ਕੀਤੀ, ਮਸਲਤ ਕੀਤੀ। ਕਿਉਂ ਨਾ ਹਕ ਰਣ ਮੈਂ ਤੁਮ ਮਰੋ। ਕਹਿੰਦੇ ਆਪਾਂ ਸਾਧ ਲੋਕਾਂ ਕਦੇ ਤਲਵਾਰ ਫੜ ਕੇ ਨਹੀਂ ਵੇਖੀ, ਆਪਾਂ ਕੀ ਲੜਾਂਗੇ ਜੰਗ ਦੇ ਮੈਦਾਨ 'ਚ। ਕਿਉਂ ਨਾਹਕ ਬਿਨਾਂ ਗੱਲ ਤੋਂ ਰਣ ਭੂਮੀ 'ਚ ਜਾ ਕੇ ਮਰਾਂਗੇ। ਜਾਚੋ ਜਗਤ ਜੀਵ ਕਾ ਕਰੋ। ਆਪਾਂ ਸਾਧ ਹਾਂ, ਚਲੋ ਇੱਥੋਂ ਨਿਕਲ ਚੱਲੀਏ ਅੱਜ ਰਾਤੋਂ ਰਾਤ ਤੇ ਮੰਗ ਮੁੰਗ ਕੇ ਛਕ ਲਿਆ ਕਰਾਂਗੇ ਲੋਕਾਂ ਦੇ ਕੋਲੋਂ। ਆਪਾਂ ਕੀ ਕਰਨੇ ਨੇ ਰਾਜ ਭਾਗ। ਲਰਬੇ ਸੋ ਕਿਆ ਕਾਜ ਹਮਾਰਾ। ਲੜਨ ਭਿੜਨ ਦੇ ਨਾਲ ਸਾਡਾ ਕੀ ਕੰਮ ਹੈ, ਅਸੀਂ ਤਾਂ ਉਦਾਸੀ ਸਾਧ ਹਾਂ। ਉਦਾਸੀ ਸਾਧ ਲੰਗੋਟ ਧਾਰਨ ਕਰਕੇ ਰੱਖਣ ਵਾਲੇ ਹਾਂ। ਸਾਨੂੰ ਕੀ ਕੰਮ ਹੈ ਲੜਨ ਭਿੜਨ ਦੇ ਨਾਲ, ਸਾਡਾ ਕੋਈ ਕੰਮ ਥੋੜੀ ਆ ਜੰਗ ਦੇ ਵਿੱਚ ਲੜਨਾ। ਸਾਧ ਫਕੀਰ ਭੇਖ ਤਨ ਤਾਰਾ। ਅਸੀਂ ਸਰੀਰ ਦੇ ਉੱਤੇ ਸਾਧਾਂ ਤੇ ਫਕੀਰਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਹੈ। ਆ ਜਿਹੜਾ ਫਕੀਰੀ ਭੇਖ ਧਾਰਨ ਕੀਤਾ ਹੋਇਆ ਇਹ ਸਾਨੂੰ ਲੜਨ ਦੀ ਇਜਾਜ਼ਤ ਨਹੀਂ ਦਿੰਦਾ। ਇਹ ਸਾਧ ਫਕੀਰਾਂ ਦਾ ਭੇਖ ਸਾਨੂੰ ਲੜਨ ਵਾਸਤੇ ਨਹੀਂ ਆਖਦਾ। ਲਰੇ ਬਿਨਾ ਗੁਰ ਕਿਉਂ ਹੂ ਨ ਟਰੈ। ਪਰ ਇੱਕ ਗੱਲ ਪੱਕੀ ਹੈ ਕਿ ਗੁਰੂ ਜੀ ਨੇ ਤਾਂ ਨਹੀਂ ਟਲਣਾ। ਜੇ ਜੰਗ ਹੋਇਆ ਕੱਲ ਇਹ ਜ਼ਰੂਰ ਜੰਗ ਕਰਨਗੇ। ਤੇ ਹੋ ਸਕਦਾ ਜਿਵੇਂ ਉਹਨਾਂ ਨੇ ਸੁਨੇਹਾ ਭੇਜਿਆ, ਆਖਣ ਵੀ ਸਾਰਿਆਂ ਤੋਂ ਅੱਗੇ ਨਾ ਸਾਧਾਂ ਨੂੰ ਟੋਰੋ, ਇਹ ਅੱਗੇ ਹੋ ਕੇ ਸਭ ਤੋਂ ਮੂਹਰੇ ਹੋ ਕੇ ਲੜਨ। ਬਹੁਤ ਦਿਵਸ ਤੇ ਤਿਆਰੀ ਕਰੈ।
ਕਿਉਂਕਿ ਗੁਰੂ ਜੀ ਨੇ ਤਾਂ ਕਈ ਦਿਨਾਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ, ਲੜਨ ਦੇ ਕਈ ਦਿਨਾਂ ਦੇ ਕਮਰ ਕੱਸੇ ਕੀਤੇ ਹੋਏ ਨੇ। ਨਿਸਾ ਬਿਖੇ ਪਾਜੋ ਭਲਿਆਈ। ਕਹਿੰਦੇ ਜੇ ਭਲਾ ਲੋਚਦੇ ਹੋ ਆਪਣਾ ਸਾਧੋ, ਅੱਜ ਰਾਤ ਨੂੰ ਨਿਕਲ ਚੱਲੀਏ, ਹਨੇਰੇ ਦੇ ਵਿੱਚ ਪਤਾ ਨਾ ਲੱਗੇ ਕਿਸੇ ਨੂੰ ਆਪਾਂ ਜਾ ਰਹੇ ਹਾਂ। ਨਹੀਂ ਤਾਂ ਪ੍ਰਭ ਕਰੇ ਕੈਦ ਬਰਿਆਈ। ਤੇ ਜੇ ਕਿਤੇ ਉਧਰ ਖਬਰ ਪਹੁੰਚ ਗਈ ਕਿ ਅਸੀਂ ਚੱਲੇ ਆ, ਉਹਨਾਂ ਸਾਨੂੰ ਫੜ ਕੇ ਕੈਦ ਕਰ ਲੈਣਾ, ਕੈਦ 'ਚ ਰੱਖ ਲੈਣਾ। ਇਮ ਕੈ ਨਿਕਸੇ ਨਿਸਾ ਅੰਧੇਰੀ। ਰਾਤ ਦੇ ਹਨੇਰੇ ਵਿੱਚ ਏਦਾਂ ਇਹ 500 ਦਾਸੀ ਸਾਧ ਆਪਸ ਵਿੱਚ ਸਲਾਹਾਂ ਕਰਕੇ ਹੌਲੇ ਹੌਲੇ ਕਰਕੇ 5-5 10-10 15-15 ਜਣੇ ਕਰਕੇ ਖਿਸਕਣ ਲੱਗੇ। ਡੇਰਾ ਤਿਆਗ ਗਏ ਬਿਨ ਬੇਰੀ। ਬਿਨਾਂ ਦੇਰੀ ਤੋਂ ਡੇਰਾ ਖਾਲੀ ਕਰਕੇ ਚਲੇ ਗਏ, ਰਾਤੋਂ ਰਾਤ ਹੀ ਹਨੇਰੇ ਵਿੱਚ ਚੋਰਾਂ ਵਾਂਗੂ ਨਿਕਲ ਗਏ। ਜੁਦੇ ਜੁਦੇ ਹੋਏ ਦੇਸ਼ ਮਜਾਰਾ। ਔਰ ਜੁਦਾ ਜੁਦਾ ਹੋ ਕੇ, ਯਾਨੀ ਕਿ ਇਹ ਨਹੀਂ ਵੀ 500 ਦੇ 500 ਇੱਕੋ ਪਾਸੇ ਗਏ, ਇਹ ਫੈਲ ਗਏ ਕੱਲੇ ਕੱਲੇ ਹੋ ਕੇ, ਕੋਈ 5-10 ਜਣੇ ਹੋ ਕੇ ਸਾਰੇ ਦੇਸ਼ ਵਿੱਚ ਫੈਲ ਗਏ। ਜਾਚ ਜਾਚ ਕਰ ਖਾਏ ਆਹਾਰਾ। ਮੰਗ ਤੰਗ ਕੇ ਲੋਕਾਂ ਦੇ ਕੋਲੋਂ ਭੋਜਨ ਛਕਦੇ ਹਨ। ਜਿਸ ਰਣ ਤੇ ਉਤਸਾਹ ਬਿਹੀਨ। ਔਰ ਜਿਹੜੇ ਜੰਗ ਦੇ ਮੈਦਾਨ ਚ ਉਤਸ਼ਾਹ ਤੋਂ ਵਿਹੂਣੇ ਹੋ ਕੇ ਫਿਰੇ ਜਹਾਂ ਕੈ ਬਨ ਬਨ ਦੀਨ। ਜਿੱਥੇ ਇਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਣੇ ਸੀ, ਉਸ ਉਤਸ਼ਾਹ ਨੂੰ ਛੱਡ ਕੇ ਜੰਗ ਦੇ ਮੈਦਾਨ ਨੂੰ ਇਹਨਾਂ ਨੂੰ ਦੁਆਰ ਦੁਆਰ ਤੇ ਜਾ ਕੇ ਦੀਨ ਹੋ ਕੇ ਮੰਗਣਾ ਪਿਆ, ਭਿਖਾਰੀਆਂ ਵਾਂਗੂ ਜ਼ਿੰਦਗੀ ਬਤੀਤ ਕਰਨੀ ਪਈ। ਗਹਿਓ ਨਾ ਖੜਗ ਭੂਮ ਜਿਸ ਬਸ ਹੈ। ਇਹਨਾਂ ਤਲਵਾਰ ਨਹੀਂ ਫੜੀ, ਜਿਸ ਤਲਵਾਰ ਦੇ ਖੜਗ ਦੇ ਅਧੀਨ ਇਹ ਧਰਤੀ ਹੈ। ਇਹਨਾਂ ਮੰਗਣਾ ਪਸੰਦ ਕੀਤਾ, ਇਹਨਾਂ ਤਲਵਾਰ ਨਹੀਂ ਫੜੀ, ਜਿਸ ਤਲਵਾਰ ਦੇ ਅਧੀਨ ਇਹ ਧਰਤੀ ਦੇ ਸੁੱਖ ਨੇ। ਧਰਤੀ ਤਲਵਾਰ ਵਾਲਿਆਂ ਦੀ ਹੈ, ਜਿਨ੍ਹਾਂ ਕੋਲ ਸ਼ਕਤੀ ਹੈ ਨਾ ਤਲਵਾਰ ਦੀ, ਉਹੀ ਇਸ ਧਰਤੀ ਨੂੰ ਆਪਣੇ ਜ਼ੇਰ ਆਪਣੇ ਅਧੀਨ ਕਰਦੇ ਹਨ। ਇਸ ਕਰਕੇ ਕਹਿੰਦੇ ਸ਼ਸਤਰਨ ਕੇ ਅਧੀਨ ਹੈ ਰਾਜ, ਇਹਦੇ ਅਧੀਨ ਹੈ ਇਹ ਰਾਜ ਭਾਗ। ਉਹ ਤਲਵਾਰ ਫੜਨ ਦੀ ਬਜਾਏ ਨਾ ਠੂਠੇ ਫੜ ਲਏ, ਥਾਂ ਥਾਂ ਤੇ ਮੰਗਣਾ ਪਸੰਦ ਕੀਤਾ, ਪਰ ਉਹ ਤਲਵਾਰ ਨਹੀਂ ਫੜੀ ਜਿਸ ਤਲਵਾਰ ਦੇ ਅਧੀਨ ਇਹ ਧਰਤੀ ਦਾ ਰਾਜ ਹੈ। ਸੋ ਭੋਗੇ ਜੋ ਅਸ ਕਟ ਕਸ ਹੈ। ਉਹੀ ਇਸ ਧਰਤੀ ਤੇ ਰਾਜ ਭੋਗਦੇ ਨੇ ਜਿਹੜੇ ਆਪਣੇ ਗਾਤਰੇ ਤਲਵਾਰ ਰੱਖਦੇ ਨੇ, ਜਿਹੜੇ ਆਪਣੇ ਗਾਤਰੇ ਸ਼੍ਰੀ ਸਾਹਿਬ ਰੱਖਦੇ ਨੇ। ਸਵਾ ਜਾਮ ਜਾਮਨ ਜਬ ਰਹੀ। ਏਦਾਂ ਗੁਰੂ ਖਾਲਸਾ ਜੀ ਰਾਤ ਬੀਤੀ ਹੈ, ਸਵਾ ਪਹਿਰ ਜਦੋਂ ਰਾਤ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸੁਪਟਨ ਬਿਖੇ ਸੁਚੇਤੀ ਗਈ। ਸਾਰੇ ਸੁਪਾਟ ਅੰਮ੍ਰਿਤ ਵੇਲੇ ਉੱਠ ਕੇ ਸੁਚੇਤ ਤੇ ਸਾਵਧਾਨ ਹੋ ਗਏ। ਆਸਾ ਵਾਰ ਰਬਾਬੀ ਗਾਵੇ। ਇਧਰ ਅੰਮ੍ਰਿਤ ਵੇਲੇ ਨਿਤਨੇਮ ਚ ਵਿਘਨ ਨਹੀਂ ਪਿਆ, ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਗਾਇਨ ਕਰ ਰਹੇ ਨੇ। ਕੇਤਕ ਲੈ ਕਰ ਸੰਖ ਬਜਾਵੇ। ਔਰ ਕਈ ਉੱਚੀ ਉੱਚੀ ਸੰਖਨਾਦ ਕਰਦੇ ਹਨ। ਕਰੇ ਪਾਠ ਕੇਤਕ ਗੁਰਬਾਨੀ। ਅਨੇਕਾਂ ਗੁਰਸਿੱਖ ਜਮਨਾਂ ਦੇ ਕਿਨਾਰੇ ਤਿਆਰ ਬਰ ਤਿਆਰ ਹੋਏ, ਪੌਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰ ਰਹੇ ਨੇ। ਕੋਈ ਜਪਜੀ ਸਾਹਿਬ ਪੜ੍ਹ ਰਿਹਾ ਹੈ, ਕੋਈ ਜਾਪ ਸਾਹਿਬ ਪੜ੍ਹ ਰਿਹਾ ਹੈ। ਇਸ ਤਰ੍ਹਾਂ ਗੁਰਬਾਣੀ ਪੜ੍ਹ ਰਹੇ ਨੇ ਗੁਰਸਿੱਖ ਅੰਮ੍ਰਿਤ ਵੇਲੇ। ਤਨੂ ਇਸ਼ਨਾਨੇ ਪਾਵਨ ਪਾਨੀ। ਕਈ ਜਮਨਾਂ ਦੇ ਨਿਰਮਲ ਜਲ 'ਚ ਇਸ਼ਨਾਨ ਕਰਕੇ ਪਵਿੱਤਰ ਹੋ ਰਹੇ ਨੇ। ਦੀਪ ਜਗਾਵਤ ਧੂਪ ਤੁਖਾਵੇ। ਔਰ ਦੀਪ ਦਿਖਾਉਂਦੇ ਨੇ, ਧੂਪ ਦਿਖਾਉਂਦੇ ਨੇ, ਤਾਂ ਜੋ ਵਾਤਾਵਰਣ 'ਚ ਸੁਗੰਧੀ ਦਾ ਫੈਲਾਓ ਹੋਵੇ। ਪੁਸ਼ਪਾਂਜੁਲ ਸ਼ਸਤਰ ਨਿਹਰ ਪਾਵੇ। ਆ ਸ਼ਸਤਰਾਂ ਨੂੰ ਰੱਖ ਕੇ ਸ਼ਸਤਰਾਂ ਦੀ ਪੂਜਾ ਕਰਦੇ, ਵੀ ਨਾ ਸ਼ਸਤਰਾਂ ਨੂੰ ਅੱਜ ਧਾਰਨ ਕਰਕੇ ਜੰਗ 'ਚ ਲੜਨਾ। ਯੋਧੇ ਆਪੋ ਆਪਣੇ ਸ਼ਸਤਰਾਂ ਨੂੰ ਰੱਖ ਕੇ ਉਹਨਾਂ ਅੱਗੇ ਦੀਵਾ ਜਗਾਉਂਦੇ ਨੇ, ਫਿਰ ਉਹਨਾਂ ਤੇ ਫੁੱਲਾਂ ਦੀ ਮੁੱਠੀ ਦਾ ਚਰਚਣ ਕਰਦੇ ਨੇ, ਸੁਗੰਧੀ ਧੂਪ ਦਿਖਾਉਂਦੇ ਨੇ, ਸ਼ਸਤਰਾਂ ਦੀ ਪੂਜਾ ਕਰਦੇ ਹਨ। ਦਲ ਮੈਂ ਜਿਤ ਕਿਤ ਅਤ ਜੈਕਾਰਾ। ਸਾਰੀਆਂ ਫੌਜਾਂ ਦੇ ਵਿੱਚ ਜੈ ਜੈਕਾਰ ਦਾ ਨਾਦ ਗੂੰਜ ਰਿਹਾ ਹੈ। ਸਾਰੀ ਫੌਜ ਦੇ ਵਿੱਚ ਬੜਾ ਵੱਡਾ ਭਾਰੀ ਉਤਸ਼ਾਹ ਹੈ। ਸੂਰਮੇ ਹਰ ਪਾਸੇ ਜਕਾਰੇ ਛੱਡਦੇ ਸੁਣਾਈ ਦੇ ਰਹੇ ਨੇ। ਉਤਸਾਹਤ ਪਟ ਕਰੇ ਉਚਾਰਾ। ਬੜੇ ਭਾਰੀ ਉਤਸ਼ਾਹ ਨਾਲ ਸੂਰਮੇ
ਆਪਣੇ ਮੁਖ ਤੋਂ ਜਕਾਰੇ ਗਜਾਉਂਦੇ ਹਨ। ਸ਼੍ਰੀ ਕਲਗੀਧਰ ਸੋਚ ਇਸ਼ਨਾਨੇ। ਇਧਰ ਕਲਗੀਆਂ ਵਾਲੇ ਚੋਜੀ ਪਾਤਸ਼ਾਹ ਮਹਾਰਾਜ ਜੀ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ। ਆਸਨ ਪਰ ਅਸੀਨ ਕਰ ਧਿਆਨੇ। ਗਰੀਬ ਨਵਾਜ ਸਾਹਿਬ ਜੀ ਆਪਣੇ ਆਸਣ ਦੇ ਉੱਤੇ ਸਵਾਰ ਹੋਏ ਨੇ, ਯਾਨੀ ਕਿ ਚੌਂਕੜਾ ਲਾਇਆ ਪਦਮ ਆਸਣ ਤੇ ਬੈਠੇ ਨੇ। ਨਿਜ ਸਰੂਪ ਮੈਂ ਰਹੇ ਸਮਾਏ। ਔਰ ਆਪਣੇ ਨਿਜ ਸਰੂਪ ਦੇ ਆਪਣੇ ਨਿਜ ਸਰੂਪ ਆਤਮ ਸਰੂਪ ਪ੍ਰਾਇਣ ਹੋਏ ਹਨ। ਜੋ ਸਤ ਚਿਤ ਆਨੰਦ ਸਦਾਏ। ਐਸੇ ਸਤਿਗੁਰੂ ਜੀ ਆਪਣੇ ਐਸੇ ਰੂਪ ਦੇ ਵਿੱਚ ਭੇਦ ਹੋਏ ਨੇ ਜਿਸ ਵਿੱਚ ਸਤ ਚੇਤਨ ਆਨੰਦਮਈ ਸਵਰੂਪ ਹੈ। ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ। ਐਸਾ ਜਿਹੜਾ ਮਹਾਰਾਜ ਜੀ ਦਾ ਨਿਜ ਰੂਪ ਹੈ ਉਹਦੇ ਵਿੱਚ ਮੇਰੇ ਪਾਤਸ਼ਾਹ ਨੇ ਆਪਣਾ ਧਿਆਨ ਜੋੜਿਆ ਹੈ। ਜਗਤਾ ਧਾਰ ਮੈਦ ਮਹੀਆਨ। ਜੋ ਸਾਰੇ ਜਗਤ ਦਾ ਆਧਾਰ ਹੈ, ਵੱਡੇ ਤੋਂ ਵੱਡਾ ਹੈ। ਅਚਲ ਅਨਾਸ਼ੀ ਸਰਵ ਸਮਾਨ। ਜੋ ਅਚਲ ਹੈ, ਅਨਾਸ਼ੀ ਹੈ ਔਰ ਸਾਰਿਆਂ ਵਿੱਚ ਇੱਕ ਸਮਾਨ ਹੋ ਕੇ ਵਰਤਣੇ ਵਾਲਾ ਹੈ। ਕਮਲ ਬਿਲੋਚਨ ਮੁੰਦਰਿਤ ਹੋਏ। ਮਹਾਰਾਜ ਜੀ ਦੇ ਕਮਲ ਸਰੀਖੇ ਸੁੰਦਰ ਨੇਤਰ ਮੁੰਦਰਤ ਹਨ। ਤਿਸ ਸਮਾਦ ਮੈਂ ਥਿਰਤਾ ਜੋਏ। ਔਰ ਮਹਾਰਾਜ ਉਸ ਸਮਾਧੀ ਦੇ ਵਿੱਚ ਥਿਰ ਹੋ ਕੇ ਬੈਠੇ ਨੇ, ਉਸ ਸਮਾਧੀ ਵਿੱਚ ਸਥਿਤ ਹੋ ਕੇ ਬੈਠੇ ਹਨ। ਜੁਗਮ ਕਰੀ ਕੇ ਅੰਮ੍ਰਿਤ ਵੇਲਾ। ਕਹਿੰਦੇ ਜਦੋਂ 2 ਘੜੀਆਂ ਅੰਮ੍ਰਿਤ ਵੇਲਾ ਬਾਕੀ ਰਿਹਾ, ਤਜਿਓ ਧਿਆਨ ਸਤਿਗੁਰੂ ਸੋਹੇਲਾ। ਮਹਾਰਾਜ ਜੀ ਸਮਾਧੀ ਤੋਂ ਬਾਹਰ ਆਏ ਨੇ, ਨੇਤਰ ਖੋਲੇ ਨੇ ਬਾਜਾਂ ਵਾਲੇ ਪ੍ਰੀਤਮ ਸੁਆਮੀ ਨੇ। ਸੁੰਦਰ ਦਸਤਾਰ ਸਜਾਈ। ਗੁਰਦੇਵ ਨੇ ਸੋਹਣਾ ਦਸਤਾਰਾ ਆਪਣੇ ਸੀਸ ਤੇ ਸਜਾਇਆ। ਅੱਜ ਜਿਹੜਾ ਦਸਤਾਰਾ ਸਜਾਇਆ ਉਹ ਜੰਗੀ ਦਸਤਾਰਾ ਸਜਾਇਆ। ਜਿਹੜਾ ਜੰਗੀ ਦਸਤਾਰਾ ਹੁੰਦਾ ਉਹ ਦੋਹਰੇ ਪੇਚ ਲਾ ਕੇ ਹੁੰਦਾ। ਦੋਹਰੇ ਪੇਚ ਲਾ ਕੇ ਜੰਗੀ ਦਸਤਾਰਾ ਪਾਤਸ਼ਾਹ ਨੇ ਸੀਸ ਤੇ ਸਜਾਇਆ। ਉੱਪਰ ਜਿਗਾ ਬਾਂਧ ਦਮਕਾਈ। ਉੱਤੇ ਮਹਾਰਾਜ ਜੀ ਨੇ ਸੋਹਣੀ ਜਿਗਾ ਲਗਾਈ ਹੈ, ਜਿਗਾ ਚਮਕੀ ਹੈ। ਪੁਨ ਧਰ ਕਰ ਕਲਗੀ ਬੜ ਸ਼ੋਭਾ। ਫੇਰ ਉਸ ਜਗ੍ਹਾ ਦੇ ਵਿੱਚ ਮਹਾਰਾਜ ਜੀ ਨੇ ਕਲਗੀ ਸਜਾਈ ਹੈ। ਉੱਚੀ ਕਲਗੀ ਮਹਾਰਾਜ ਜੀ ਦੀ ਸੋਭਨੀਕ ਹੁੰਦੀ ਗੁਰਦੇਵ ਦੇ ਸੀਸ ਉੱਤੇ। ਜਗਮਗਾਤ ਪਿਖ ਕੌਣ ਨ ਲੋਭਾ। ਕਹਿੰਦੇ ਐਸੀ ਕਲਗੀ ਤੇ ਜਗ੍ਹਾ ਜਗਮਗ ਕਰਦੀ ਹੈ। ਕਿਹੜਾ ਐਸਾ ਮਾਈ ਭਾਈ ਹੈ ਜਿਹੜਾ ਮਹਾਰਾਜ ਜੀ ਦੇ ਸਰੂਪ ਨੂੰ ਵੇਖੇ ਔਰ ਉਹਦਾ ਮਨ ਮੋਹਿਆ ਨਾ ਜਾਵੇ। ਮਹਾਰਾਜ ਜੀ ਦੇ ਦਰਸ਼ਨ ਐਸੇ ਮਨਮੋਹਕ ਨੇ, ਜਿਹੜਾ ਵੇਖਦਾ ਭਾਈ ਉਹਦਾ ਮਨ ਮੋਹਿਆ ਜਾਂਦਾ ਹੈ। ਇਸੇ ਕਲਗੀ ਨੂੰ ਵੇਖ ਕੇ ਗੁਰਸਿੱਖ ਕਹਿੰਦੇ ਐ, ਮਹਾਰਾਜ ਤੁਸੀਂ ਕਲਗੀਆਂ ਵਾਲੇ ਹੋ। ਸੂਖਮ ਚੀਰ ਪੈਰ ਗਰ ਜਾਮਾ। ਸੂਖਮ ਧਾਗੇ ਦੇ ਬਣੇ ਕੱਪੜੇ, ਉਹਦਾ ਬਣਿਆ ਚੋਲਾ ਉਹ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ। ਹੁਤੋ ਦਰਾਜ਼ ਸ਼ੁਭਤ ਅਬਿਰਾਮਾ। ਲੰਮਾ ਚੋਲਾ ਮਹਾਰਾਜ ਜੀ ਦਾ ਸਰੀਰ ਦੇ ਉੱਤੇ ਬੜਾ ਸੁੰਦਰ ਸ਼ੋਭਨੀਕ ਹੋ ਰਿਹਾ ਹੈ। ਨਵ ਰਤਨੇ ਸੁੰਦਰ ਪੁਜ ਦੰਡੇ। ਪਾਤਸ਼ਾਹ ਦੇ ਡੋਲਿਆਂ ਨਾਲ 9 ਰਤਨਾਂ ਦੇ ਸਮੇਤ ਮੜੇ ਹੋਏ ਭੁਜਦੰਡਿਆਂ ਦੇ ਨਾਲ ਬਹੂਟੇ ਬੱਧੇ ਨੇ, ਜਿਨ੍ਹਾਂ ਨੂੰ ਅੰਗਦ ਵੀ ਕਹਿੰਦੇ ਆ। ਉਹ ਡੋਲਿਆਂ ਦੇ ਨਾਲ ਮਹਾਰਾਜ ਜੀ ਨੇ ਬੱਧੇ ਹਨ। ਜਨ ਸੋਂਡੀ ਵੱਡ ਸੁੰਡ ਪ੍ਰਚੰਡੇ। ਕਹਿੰਦੇ ਬਾਹਾਂ ਇੰਨੀਆਂ ਬਲੀ ਗੋਡਿਆਂ ਤੱਕ ਲਮਕਦੀਆਂ। ਕਹਿੰਦੇ ਮਾਨੋ ਜਿਵੇਂ ਸੋਂਡੀ ਕਹਿੰਦੇ ਹਾਥੀ ਨੂੰ, ਹਾਥੀ ਦੀ ਸੁੰਡ ਨਹੀਂ ਹੁੰਦੀ, ਕਹਿੰਦੇ ਬੜੀ ਬਲਵਾਨ ਤੇ ਲੰਮੀ। ਕਹਿੰਦੇ ਏਦਾਂ ਮਹਾਰਾਜ ਜੀ ਦੀਆਂ ਬਾਹਾਂ ਨੇ। ਪਾਤਸ਼ਾਹ ਦੇ ਭੁਜਦੰਡੇ ਨੇ, ਜਿਨ੍ਹਾਂ ਭੁਜਦੰਡਿਆਂ ਦਾ ਗੁਰਸਿੱਖਾਂ ਨੂੰ ਭਾਰੀ ਭਰੋਸਾ ਹੈ। ਗੁਰੂ ਕਲਗੀਧਰ ਕਹਿੰਦੇ ਆ ਨਾ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਮਹਾਰਾਜ ਜੀ ਦੀਆਂ ਇੰਨੀਆਂ ਵੱਡੀਆਂ ਭਾਰੀ ਬਲਵਾਨ ਬਾਹਾਂ ਦਾ ਭਾਰੀ ਭਰੋਸਾ ਗੁਰਸਿੱਖਾਂ ਨੂੰ। ਅਜਾਨ ਬਾਹੋ, ਮਹਾਰਾਜ ਜੀ ਦੀਆਂ ਬਾਹਾਂ ਤੇ ਭਰੋਸਾ ਹੈ ਸਿੱਖ ਨੂੰ, ਆਪਣੀਆਂ ਬਾਹਾਂ ਤੇ ਨਹੀਂ, ਸਤਿਗੁਰਾਂ ਦੀਆਂ ਬਾਹਾਂ ਤੇ। ਕਿ ਮੇਰੇ ਸਾਹਿਬ ਦੀਆਂ ਬਾਹਾਂ ਅਜਾਨ ਨੇ, ਬਲ ਨਾਲ ਭਰੀਆਂ ਭੁਜਦੰਡੇ ਹਨ। ਕੰਚਨ ਕੰਕਨ ਕੇ ਵਿੱਚ ਹੀਰੇ। ਮਹਾਰਾਜ ਜੀ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੋਏ ਨੇ ਔਰ ਉਹਨਾਂ ਕੜਿਆਂ ਦੇ ਵਿੱਚ
ਕੀਮਤੀ ਹੀਰੇ ਤੇ ਨਗ ਜੜੇ ਹੋਏ ਚਮਕਦੇ ਹਨ। ਕੋਰਦਾਰ ਕਾਰੀਗਰ ਚੀਰੇ, ਬੜੇ ਕੋਰਦਾਰ ਹੀਰੇ ਨੇ ਜਿਹੜੇ ਕਾਰੀਗਰਾਂ ਨੇ ਚੀਰ ਚੀਰ ਕੇ ਬਣਾਏ ਹੋਏ ਨੇ। ਦੀਪਤ ਦੋਨੋਂ ਕਾਨਨ ਕੁੰਡਲ, ਗੁਰਦੇਵ ਦੇ ਮੁਖ ਮੰਡਲ ਦੇ ਉੱਤੇ ਕੁੰਡਲ ਵੀ ਸ਼ੋਭਦੇ ਹਨ। ਸ਼ਮਸ ਤਨਕ ਸ਼ੋਭਤ ਮੁਖ ਮੰਡਲ। ਕਲਗੀਧਰ ਦਾ ਛੋਟਾ ਜਿਹਾ ਦਾੜਾ ਹੈ, ਕਿਉਂਕਿ 21-22 ਸਾਲਾਂ ਦੇ ਵਿਚਕਾਰ ਦੀ ਉਮਰ ਹੈ ਮੇਰੇ ਪਾਤਸ਼ਾਹ ਦੀ ਇੱਥੇ, ਤੇ ਚਿਹਰੇ ਦੇ ਉੱਤੇ ਦਾੜਾ ਹਾਲੇ ਬਹੁਤਾ ਵੱਡਾ ਨਹੀਂ ਹੈ, ਛੋਟਾ ਦਾੜਾ ਹੈ ਪਾਤਸ਼ਾਹ ਦੇ ਮੁਖ ਮੰਡਲ ਤੇ ਦਾੜੇ ਦਾ ਰੰਗ ਕਾਲਾ ਹੈ। ਇਮ ਪੈਰਤ ਪ੍ਰਕਾਸ਼ ਹੋਏ ਆਇਓ। ਏਦਾਂ ਮਹਾਰਾਜ ਜੀ ਨੇ ਬਸਤਰ ਆਦਿਕ ਧਾਰਨ ਕਰਦਿਆਂ ਤਿਆਰੀ ਕਰਦਿਆਂ ਇਹਨੇ ਨੂੰ ਥੋੜੀ ਥੋੜੀ ਲੋ ਲੱਗ ਗਈ, ਪੌ ਫੁੱਟ ਗਈ। ਦਿਨ ਕਰ ਉਦਿਓ ਵਾਰ ਭੋਗਾਇਓ। ਕਹਿੰਦੇ ਥੋੜੀ ਜਿਹੀ ਲੋ ਲੱਗੀ, ਦਿਨ ਕਰ ਉਦੇ ਹੋਣ ਲੱਗਾ। ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਉਦੇ ਹੋਣ ਲੱਗਾ ਤੇ ਇਧਰ ਆਸਾ ਜੀ ਦੀ ਵਾਰ ਦਾ ਭੋਗ ਰਬਾਬੀਆਂ ਨੇ ਪਾਇਨ ਕੀਤਾ, ਗਾਇਨ ਕਰਕੇ ਸਮਾਪਤੀ ਕੀਤੀ ਹੈ। ਪੀ ਅਰਦਾਸ ਸਬਨ ਸਿਰ ਨਾਵਾ। ਅਰਦਾਸ ਹੋਈ ਆਸਾ ਜੀ ਦੀ ਵਾਰ ਦੀ ਚੌਂਕੀ ਦੀ, ਮਹਾਰਾਜ ਜੀ ਦੇ ਚਰਨਾਂ ਵਿੱਚ ਸਭ ਨੇ ਅਰਦਾਸ ਕਰਕੇ ਸੀਸ ਨਵਾਇਆ। ਤਬ ਇੱਕ ਸ਼ੀਗਰ ਬੈਨ ਅਲਾਵਾ। ਤਬ ਉਸ ਵੇਲੇ ਇੱਕ ਸੱਜਣ ਆ ਕੇ ਬੋਲਿਆ, ਕਹਿਣ ਲੱਗਾ, ਸੁਨੀਏ ਮਹਾਰਾਜ ਅਬਿਨਾਸ਼ੀ। ਉਹਨੇ ਜਿਹੜਾ ਉਦਾਸੀ ਸਾਧਾਂ ਦੇ ਡੇਰੇ ਵੱਲੋਂ ਆਇਆ ਸੀ, ਉਹ ਆ ਕੇ ਕਹਿਣ ਲੱਗਾ, ਹੇ ਅਬਿਨਾਸ਼ੀ, ਹੇ ਅਚੁੱਤ ਸੁਆਮੀ, ਹੇ ਗਰੀਬ ਨਿਵਾਜ ਸਾਹਿਬ ਸੱਚੀ ਪਾਤਸ਼ਾਹ ਜੀ ਸੁਣੋ। ਗਏ ਭਾਜ ਨਿਜ ਬਿਖੈ ਉਦਾਸੀ। ਮਹਾਰਾਜ ਰਾਤ ਨੂੰ ਉਦਾਸੀ ਸਾਧ ਨੱਠ ਗਏ ਨੇ, ਭੱਜ ਗਏ ਨੇ ਜਿੰਨੇ ਉਦਾਸੀ ਸਾਧ ਡੇਰੇ ਵਿੱਚ ਸਨ। ਸ਼੍ਰੀ ਮੁਖ ਤੇ ਸੁਨ ਕੈ ਰਣ ਕਰਨੋ। ਮਹਾਰਾਜ ਸ਼੍ਰੀ ਮੁਖ ਤੋਂ, ਆਪ ਜੀ ਦੇ ਪਾਵਨ ਮੁਖ ਤੋਂ ਇਹ ਸੁਣ ਕੇ ਵੀ ਜੰਗ ਦੇ ਮੈਦਾਨ 'ਚ ਉਹਨਾਂ ਸਾਧਾਂ ਨੂੰ ਲੜਨਾ ਪੈਣਾ। ਜਦੋਂ ਉਹਨਾਂ ਉਦਾਸੀ ਸਾਧਾਂ ਨੇ ਇਹ ਗੱਲ ਸੁਣੀ ਆ ਲੜਨ ਵਾਲੀ, ਜੀਵਨ ਹੇਤ ਪਾ ਧੀਰਜ ਹਰਨੋ। ਉਹਨਾਂ ਨੂੰ ਜੀਵਨ ਵਾਸਤੇ ਜ਼ਿੰਦਗੀ ਚਾਹੀਦੀ ਹੈ ਤੇ ਉਹਨਾਂ ਦਾ ਧੀਰਜ ਖਤਮ ਹੋ ਗਿਆ ਕਿ ਅਸੀਂ ਲੜ ਨਹੀਂ ਸਕਾਂਗੇ, ਲੜਾਂਗੇ ਤੇ ਮਰਾਂਗੇ। ਬਿਕਸ ਬਦਨ ਅਰਬਿੰਦ ਬਖਾਨਾ। ਕਲਗੀਧਰ ਜੀ ਖੇੜੇ 'ਚ ਖਿੜ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ। ਜਿਸ ਸਮੇਂ ਕਿਸੇ ਨੂੰ ਮੁਰਝਾਣਾ ਚਾਹੀਦਾ ਸੀ ਸੁਣ ਕੇ, ਸਤਿਗੁਰੂ ਜੀ ਖੇੜੇ ਵਿੱਚ ਖਿੜੇ ਨੇ, ਚਿਹਰੇ ਦੇ ਉੱਤੇ ਮਹਾਰਾਜ ਜੀ ਦੇ ਮੁਸਕਰਾਹਟ ਹੈ ਤੇ ਬੋਲੇ, ਦੇਖਿਓ ਭਲੇ ਕਿਨੈ ਸੋ ਥਾਨਾ। ਮਹਾਰਾਜ ਜੀ ਕਹਿੰਦੇ ਵੀ ਉਹ ਥਾਂ ਚੰਗੀ ਤਰ੍ਹਾਂ ਵੇਖਣਾ ਸੀ, ਚੰਗੀ ਤਰ੍ਹਾਂ ਪਰਖਣਾ ਸੀ ਜਿੱਥੇ ਉਹਨਾਂ ਉਦਾਸੀ ਸਾਧਾਂ ਦਾ ਡੇਰਾ ਸੀ। ਗਏ ਭਾਜ ਸਗਲੇ ਇੱਕ ਬਾਰੀ। ਕੀ ਸਾਰੇ ਹੀ ਭੱਜ ਗਏ ਨੇ, ਸਾਰੇ ਹੀ ਨੱਠ ਗਏ ਨੇ, ਚੰਗੀ ਤਰ੍ਹਾਂ ਵੇਖ ਕੇ ਆਉਣਾ ਸੀ। ਰਿਓ ਕਿ ਨਹਿ ਕੋ ਧੀਰਜ ਧਾਰੀ। ਕਿ ਕੋਈ ਰਹਿ ਵੀ ਗਿਆ ਮਾੜਾ ਮੋਟਾ ਧੀਰੀ ਧਾਰਨ ਕਰਕੇ, ਕਿ ਸਾਰੇ ਹੀ ਨੱਠ ਗਏ ਨੇ। ਚੰਗੀ ਤਰ੍ਹਾਂ ਵੇਖਣਾ ਸੀ ਜਾ ਕੇ ਡੇਰਾ ਉਹਨਾਂ ਦਾ, ਕਿ ਕੋਈ ਰਹਿ ਵੀ ਗਿਆ ਜਾਂ ਸਾਰੇ ਹੀ ਨੱਠ ਗਏ ਨੇ। ਰਾਖਿਓ ਬੀਜ ਕੇ ਉਖਰਿਓ ਸਾਰੇ। ਕਿ ਕੋਈ ਸਾਧ ਰਹਿ ਗਿਆ ਉਦਾਸੀਆਂ ਦਾ ਜਿਹਨੇ ਗੁਰੂ ਘਰ ਦੇ ਵਿੱਚ ਆਪਣਾ ਬੀਜ ਰੱਖ ਲਿਆ ਹੋਵੇ, ਕਿ ਸਾਰੇ ਜੜ ਸਮੇਤ ਹੀ ਪੁੱਟੀ ਕੇ ਚਲੇ ਗਏ ਨੇ। ਵੇਖਣਾ ਸੀ ਜਾ ਕੇ, ਪਰਖਣਾ ਸੀ ਉਸ ਜਗ੍ਹਾ ਤੇ ਕਿ ਕੋਈ ਰਹਿ ਗਿਆ ਜਿਹਨੇ ਆਪਣਾ ਆਪ ਗੁਰੂ ਘਰ ਵਿੱਚ ਰੱਖ ਕੇ ਉਦਾਸੀ ਸੰਪਰਦਾ ਦਾ ਜਿਹੜਾ ਬੀਜ ਹੈ ਉਹ ਰੱਖ ਲਿਆ ਹੋਵੇ। ਕਿਤੇ ਐਸਾ ਤਾਂ ਨਹੀਂ ਕਿ ਸਾਰੀ ਜੜ ਹੀ ਪੁੱਟ ਕੇ ਲੈ ਗਏ ਨੇ, ਗੁਰੂ ਘਰ ਨਾਲੋਂ ਬਿਲਕੁਲ ਹੀ ਨਾਤਾ ਤੋੜ ਗਏ ਨੇ। ਉਤੋ ਸਾਰ ਕੈ ਫੋਕਟ ਕਿਆਰੇ। ਕੋਈ ਮਾੜਾ ਮੋਟਾ ਵਿੱਚ ਨਿਚੋੜ ਵੀ ਆ ਕਿ ਸਾਰਾ ਫੋਕਟ ਹੀ ਇਕੱਠਾ ਸੀ? ਵਿੱਚ ਕੋਈ ਨਿਚੋੜ ਸੀਗਾ ਕਿ ਜਾਂ ਫਿਰ ਸਾਰੀ ਲੱਸੀ ਲੱਸੀ ਸੀ, ਜਾਂ ਵਿੱਚ ਕੋਈ ਮਾੜਾ ਮੋਟਾ ਮੱਖਣ ਵੀ ਆਇਆ ਸੀ? ਸੁਨ ਸਿੱਖਨ ਕਰ ਜੋਰ ਉਚਾਰਾ। ਸੁਣ ਕੇ ਉਸ ਸਿੱਖ ਨੇ ਹੱਥ ਜੋੜ ਕੇ ਦੱਸਿਆ ਜਿਹੜਾ ਕਿਰਪਾਲ ਸਿਲਾ ਤੋਂ ਚੱਲ ਕੇ ਆਇਆ ਸੀ। ਸਬਨ ਮਹੰਤ ਏਕ ਤਨ ਭਾਰਾ। ਕਹਿਣ ਲੱਗਾ, ਮਹਾਰਾਜ ਚੇਲੇ ਤਾਂ ਸਾਰੇ ਚਲੇ ਗਏ ਨੇ, ਪਰ ਉਹਨਾਂ ਸਾਰੇ ਉਦਾਸੀ ਸਾਧਾਂ ਦਾ ਜਿਹੜਾ ਮਹੰਤ ਹੈ, ਸ਼੍ਰੀ ਮਹੰਤ ਮਹਾਰਾਜ, ਜਿਹਦਾ ਭਾਰਾ ਜਿਹਾ ਤਨ ਹੈ, ਮੋਟੀ ਜੀ ਗੋਗੜ ਹੈ, ਉਹ ਮਹਾਰਾਜ ਜੀ ਜ਼ਰੂਰ ਉੱਥੇ ਬੈਠਾ। ਮੁੰਦਰਿਤ ਲੋਚਨ ਕਰ ਥਿਰ ਹੋਵਾ। ਮਹਾਰਾਜ ਜੀ ਕੇਵਲ ਉਹਨਾਂ ਦੇ ਜਿਹੜੇ ਮਹੰਤ ਨੇ, ਸ਼੍ਰੀ ਮਹੰਤ ਨੇ, ਉਹ ਨੇਤਰ ਬੰਦ ਕਰਕੇ ਸਮਾਧੀ 'ਚ ਬੈਠੇ ਇੱਕ ਪੱਥਰ ਦੀ ਸਿਲਾ ਦੇ ਉੱਤੇ। ਉਹ ਸਿਲਾ ਜਦੋਂ ਤੁਸੀਂ ਅੱਜ ਵੀ ਜਾਓ ਉੱਥੇ ਮੌਜੂਦ ਹੈ, ਪੌਂਟਾ ਸਾਹਿਬ ਕਿਰਪਾਲ ਸਿਲਾ।
ਤਕਰੀਬਨ ਬਹੁਤ ਸਾਰੀਆਂ ਸੰਗਤਾਂ ਨੂੰ ਇਸ ਸਥਾਨ ਦੀ ਬਹੁਤ ਵੱਧ ਜਾਣਕਾਰੀ ਹੈ। ਉਹਦਾ ਕਾਰਨ ਹੈ ਕਿ ਉੱਥੇ ਲੰਗਰ ਜਿਹੜੇ ਨੇ ਉਹ ਭਾਂਤ ਦੇ ਵਰਤਦੇ ਆ। ਪੌਂਟਾ ਸਾਹਿਬ ਜਾਣ ਵਾਲੇ ਨਮਸਕਾਰ ਦਰਬਾਰ 'ਚ ਕਰਕੇ ਲੰਗਰ ਉੱਥੇ ਛਕਣ ਜਾਂਦੇ ਆ। ਇਸ ਕਰਕੇ ਉਸ ਸਥਾਨ ਦੀ ਪ੍ਰਸਿੱਧੀ ਵੀ ਬੇਅੰਤ ਹੈ। ਉੱਥੇ ਉਹ ਸਿਲਾ ਹੈ ਥੱਲੜੇ ਪਾਸੇ, ਜਿਹਦੇ ਤੇ ਕਿਰਪਾਲ ਦਾਸ ਜੀ ਬੈਠੇ ਸਨ, ਜਿਨ੍ਹਾਂ ਨੂੰ ਬੈਠਿਆਂ ਵੇਖ ਕੇ ਸਿੱਖ ਨੇ ਆਣ ਕੇ ਦੱਸਿਆ ਕਲਗੀਧਰ ਜੀ ਨੂੰ, ਮਹਾਰਾਜ ਜੀ ਉਹਨਾਂ ਸਾਰਿਆਂ ਦਾ ਸ਼੍ਰੀ ਮਹੰਤ ਹੈ, ਉਹ ਨੇਤਰ ਮੁੰਦ ਕਰਕੇ ਉੱਥੇ ਬੜੀ ਸਮਾਧੀ ਵਿੱਚ ਬੈਠੇ ਹੋਏ ਨੇ। ਚੇਲਨ ਕੋ ਜੋ ਵਾਕ ਨ ਜੋਵਾ। ਖਬਰੇ ਉਹਨਾਂ ਨੇ ਆਪਣੇ ਚੇਲਿਆਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਕਿ ਨਹੀਂ ਸੁਣੀਆਂ, ਉਹਨਾਂ ਨੂੰ ਜਾਂਦਿਆਂ ਉਹਨਾਂ ਵੇਖਿਆ ਵੀ ਕਿ ਨਹੀਂ ਵੇਖਿਆ, ਕਿਉਂਕਿ ਉਹ ਤਾਂ ਨੇਤਰ ਮੁੰਦ ਕੇ ਸਮਾਧੀ 'ਚ ਬੈਠੇ ਨੇ। ਖਬਰੇ ਉਹਨਾਂ ਨੂੰ ਪਤਾ ਵੀ ਹੈ ਕਿ ਨਹੀਂ ਪਤਾ ਕਿ ਉਹਨਾਂ ਦੇ ਚੇਲੇ ਕਿੱਥੇ ਗਏ ਨੇ, ਉਹਨਾਂ ਨੇ ਕੀ ਗੱਲਾਂ ਕੀਤੀਆਂ ਆਪੋ ਵਿੱਚ। ਨਾਮ ਕਿਰਪਾਲ ਮਨੋ ਸ਼ਿਵ ਬੈਸਾ। ਮਹਾਰਾਜ ਉਹ ਜਿਹੜੇ ਮਹੰਤ ਨੇ ਉਹਨਾਂ ਦਾ ਨਾਮ ਹੈ ਮਹੰਤ ਕਿਰਪਾਲ ਦਾਸ ਜੀ ਉਦਾਸੀ। ਮਹੰਤ ਕਿਰਪਾਲ ਦਾਸ ਉਦਾਸੀ ਮਹਾਰਾਜ ਉਹਨਾਂ ਦਾ ਨਾਮ ਹੈ। ਹੇਹਰ ਪਿੰਡ ਆ ਇੱਧਰ, ਉਸ ਪਿੰਡ ਦੇ ਰਹਿਣ ਵਾਲੇ। ਦੁਬਾਰਾ ਇੱਕ ਵਾਰੀ ਫੇਰ ਕਲਗੀਧਰ ਦਾ ਇਹਨਾਂ ਨਾਲ ਮੇਲ ਹੋਇਆ ਸੀ ਹੇਹਰ ਪਿੰਡ। ਉੱਥੇ ਮਹਾਰਾਜ ਜੀ ਨੇ ਉਦਾਸੀਆਂ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਖਜ਼ਾਨੇ 'ਚੋਂ ਮਹਾਰਾਜ ਜੀ ਨੇ ਆਪਣੇ 5 ਪੈਸੇ ਦਿੱਤੇ। ਦਸਤਾਰ ਆਪਣੀ ਮਹਾਰਾਜ ਜੀ ਨੇ ਇਹਨਾਂ ਨੂੰ ਦੇ ਕੇ ਨਿਵਾਜਿਆ। ਆਖਿਆ ਤੁਹਾਡੀ ਗੁਰੂ ਘਰ ਨਾਲ ਸਾਂਝ ਬਣੀ ਰਹੇਗੀ। ਤੋ ਉਦਾਸੀਨ ਸੰਪਰਦਾ ਨੇ ਬੜਾ ਭਾਰੀ ਪ੍ਰਚਾਰ ਪ੍ਰਸਾਰ ਗੁਰੂ ਨਾਨਕ ਦੇ ਘਰ ਦਾ ਕੀਤਾ ਹੈ। ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਜਿੱਥੇ ਵੀ ਗੁਰਧਾਮ ਗੁਰ ਇਤਿਹਾਸਕ ਸਥਾਨ ਨੇ, ਉਹਨਾਂ ਸਾਰੇ ਸਥਾਨਾਂ ਦੀ ਸੇਵਾ ਸੰਭਾਲ ਉਦਾਸੀਨ ਸੰਪਰਦਾ ਦੇ ਮਹਾਂਪੁਰਸ਼ੀ ਕਰਦੇ ਰਹੇ ਨੇ। ਤੋ ਇਹਨੇ ਦੱਸਿਆ ਸਿੱਖ ਨੇ, ਮਹਾਰਾਜ ਕਿਰਪਾਲ ਦਾਸ ਉਦਾਸੀ ਉਸ ਸੰਤ ਦਾ ਨਾਮ ਹੈ ਜੋ ਉੱਥੇ ਬੈਠੇ ਹਨ। ਥੇਰਿਓ ਅਡੋਲ ਸਮਾਧੀ ਹੈ ਸਾ। ਅਡੋਲ ਬੈਠੇ ਨੇ, ਜਾਪਦਾ ਇੱਕ ਗੂੜੀ ਸਮਾਧੀ ਦੇ ਵਿੱਚ ਨੇ, ਜਿਵੇਂ ਸ਼ਿਵ ਜੀ ਦੀ ਸਮਾਧੀ ਹੁੰਦੀ ਹੈ, ਉਸ ਸਮਾਧੀ ਦੇ ਵਿੱਚ ਬੈਠੇ ਜਾਪਦੇ ਨੇ। ਕਲਗੀਧਰ ਸ਼੍ਰੀ ਮੁਖ ਮੁਸਕਾਨੇ। ਸੁਣ ਕੇ ਕਲਗੀਧਰ ਜੀ ਮੁਸਕਰਾਏ ਹਨ। ਪਏ ਪ੍ਰਸੰਨ ਕਿਰਪਾ ਰਸ ਸਾਨੇ। ਕਿਰਪਾ ਦੇ ਰਸ ਵਿੱਚ ਆਏ, ਪ੍ਰਸੰਨ ਹੋਏ। ਰਿਓ ਮੂਲ ਤੋਂ ਸਭ ਕਿਛ ਹੋਵੇ। ਮਹਾਰਾਜ ਜੀ ਕਹਿੰਦੇ ਚਲੋ ਨਾ ਸਾਰੇ ਉਦਾਸੀਆਂ ਦਾ ਮਹੰਤ ਹੈ ਕਿਰਪਾਲ ਦਾਸ, ਜੜ ਰਹਿ ਗਈ ਹੈ, ਮੂਲ ਰਹਿ ਗਿਆ, ਜੜ ਰਹਿ ਗਈ ਆ ਤਾਂ ਫਿਰ ਸਾਰੀ ਗੱਲ ਬਣ ਜਾਏਗੀ। ਹਾਂਜੀ, ਸ਼ਾਖਾ ਪੱਤਰ ਫੂਲ ਫਲ ਜੋਵੇ। ਜੜ ਰਹਿ ਗਈ ਆ ਤੇ ਹੁਣ ਉੱਤੇ ਜਿਹੜੀਆਂ ਸ਼ਾਖਾਵਾਂ ਟਹਿਣੀਆਂ ਫੁੱਲ ਪੱਤੇ ਉਹ ਆਪੇ ਉਗਾਉਣਗੇ। ਜੇ ਜੜ ਵੀ ਪੁੱਟੀ ਜਾਂਦੀ ਫਿਰ ਕੰਮ ਔਖਾ ਸੀ। ਮਹਾਰਾਜ ਕਹਿੰਦੇ ਚਲੋ ਜੜ ਰਹਿ ਗਈ ਹੈ, ਕਿਉਂਕਿ ਉਹਨਾਂ ਦਾ ਮੁਖੀਆ ਹੈ ਨਾ ਮਹੰਤ, ਤੇ ਮਹੰਤੀ ਜੜ ਹੁੰਦਾ ਸਾਰਿਆਂ ਦੀ। ਮਹਾਰਾਜ ਕਹਿੰਦੇ ਜੜ ਰਹਿ ਗਈ ਹੈ, ਚਲੋ ਹੁਣ ਉੱਤੇ ਜਿਹੜੀਆਂ ਸ਼ਾਖਾਵਾਂ ਨੇ, ਟਹਿਣੀਆਂ ਨੇ, ਪੱਤੇ ਨੇ, ਫੁੱਲ ਨੇ, ਫਲ ਨੇ, ਉਹ ਆਪੇ ਹੋਰ ਪੈਦਾ ਹੋ ਜਾਣਗੇ। ਹਾਂਜੀ, ਜੇਕਰ ਜਰ ਉਖਰਤ ਇਸ ਬਾਰਾ। ਪਰ ਜੇਕਰ ਇਸ ਵੇਰੀ ਜੜ ਵੀ ਪੁੱਟੀ ਜਾਂਦੀ, ਜੜ ਵੀ ਨਿਕਲ ਜਾਂਦੀ, ਬਹੁਰ ਨ ਬਨ ਤੋ ਕਛੂ ਆਕਾਰਾ। ਮੁੜ ਕੇ ਫੇਰ ਇਹਨਾਂ ਉਦਾਸੀਆਂ ਦਾ ਨਾਮ ਨਿਸ਼ਾਨ ਮਿਟ ਜਾਣਾ ਸੀ। ਇਹਨਾਂ ਦੀ ਜੜ ਜੇ ਪੁੱਟੀ ਜਾਂਦੀ ਹੈ ਇਸ ਵਾਰ, ਤੇ ਇਹਨਾਂ ਦਾ ਨਾਮ ਨਿਸ਼ਾਨ ਮੁੱਕ ਜਾਣਾ ਸੀ। ਗੁਰ ਘਰ ਤੇ ਜਾਤੇ ਏ ਟੂਟ। ਇਹ ਗੁਰੂ ਘਰ ਨਾਲੋਂ ਟੁੱਟ ਜਾਂਦੇ, ਇਹ ਗੁਰੂ ਘਰ ਨਾਲੋਂ ਬਿਲਕੁਲ ਵੱਖਰੇ ਹੋ ਜਾਂਦੇ। ਏਕ ਨ ਚਲ ਤੋ ਹੋਤ ਹੈ ਹੂਟ। ਇਹਨਾਂ ਦਾ ਭੇਖ ਨਹੀਂ ਸੀ ਚੱਲਣਾ, ਇਹਨਾਂ ਦਾ ਭੇਖ ਸਹਿਜੇ ਸਹਿਜੇ ਕਰਕੇ ਬਿਲਕੁਲ ਸਮਾਪਤ ਹੋ ਜਾਣਾ ਸੀ। ਜਬ ਲਗ ਹੈ ਜਿਸ ਕੋ ਸਿਰ ਕਾਇਮ। ਕਹਾਵਤ ਹੈ ਵੀ ਜਦੋਂ ਤੱਕ ਸਿਰਾ ਕਾਇਮ ਹੋਵੇ ਨਾ, ਸਿਰਾ ਜਦੋਂ ਤੱਕ ਸਿਰ ਕਾਇਮ ਹੋਵੇ, ਜਗ ਜਾਣੇ ਤਬ ਲੋ ਜੰਗ ਦਾਇਮ। ਉਦੋਂ ਤੱਕ ਸਮਝ ਲਓ ਵੀ ਉਹ ਜਗਤ ਦੇ ਵਿੱਚ ਸदैवी ਹੈ। ਜਦੋਂ ਤੱਕ ਸਿਰਾ ਹੋਵੇ ਨਾ, ਸਿਰ ਹੋਵੇ ਤੇ ਸਮਝ ਲਓ ਵੀ ਉਦੋਂ ਤੱਕ ਕਾਇਮ ਹੈ। ਜੇ ਸਿਰ ਹੀ ਨਾ ਰਹੇ ਤੇ ਫਿਰ ਕਾਹਦੀ ਜ਼ਿੰਦਗੀ। ਕਹਿੰਦੇ ਸਿਰ ਹੋਵੇ ਤੇ ਸਮਝ ਲਓ ਜਗਤ ਦੇ ਵਿੱਚ ਉਦੋਂ ਤੱਕ ਦਾਇਮ ਹੈ, ਪੱਕਾ ਹੈ। ਰਿਓ ਮਹੰਤ ਜੇ ਧੀਰ ਨ ਛੋਰਾ। ਜੇ ਮਹੰਤ ਜੀ ਰਹਿ ਗਏ ਨੇ, ਉਹਨਾਂ ਨੇ ਆਪਣੇ ਅੰਦਰ ਦਾ ਧੀਰਜ ਨਹੀਂ ਛੱਡਿਆ। ਚੇਲਾ ਬਨੇ ਆਨ ਗਨ ਓਰਾ। ਅੱਗੇ ਇਹਨਾਂ ਦੇ ਹੋਰ ਅਨੇਕਾਂ ਚੇਲੇ ਆ, ਜੇ 500 ਭੱਜ ਗਏ ਨੇ ਤੇ 5000 ਆ ਕੇ ਬਣ ਜਾਣੇ ਇਹਨਾਂ ਦੇ ਚੇਲੇ, ਕਿਉਂਕਿ ਜੜ ਰਹਿ ਗਈ ਹੈ ਨਾ। ਜੇ ਮਹੰਤ ਜੀ ਨੇ ਧੀਰਜ ਰੱਖ ਕੇ ਬੈਠਣਾ ਕੀਤਾ
ਤੇ ਇਹਨਾਂ ਦੇ ਹੋਰ ਨਵੇਂ ਬੇਅੰਤ ਚੇਲੇ ਬਣ ਜਾਣਗੇ। ਜਾਓ ਅਬੇ ਤੈ ਲਿਓ ਬੁਲਾਈ। ਇਹਨਾਂ ਦੀ ਸਾਂਝ ਗੁਰੂ ਘਰ ਨਾਲ ਪਈ ਰਹੇਗੀ, ਇਹਨਾਂ ਦਾ ਭੇਖ ਨਹੀਂ ਮੁੱਕੇਗਾ। ਖਾਲਸਾ ਜੀ, ਕੁਝ ਸਮਾਂ ਇੱਕ ਇਹੋ ਜਿਹਾ ਵੀ ਆਇਆ ਕਿ ਜਦੋਂ ਉਦਾਸੀਨ ਸੰਪਰਦਾ ਨੂੰ ਗੁਰੂ ਘਰ ਨਾਲੋਂ ਬਿਲਕੁਲ ਵੱਖਰਾ ਕਰਨ ਦਾ ਯਤਨ ਕੀਤਾ ਗਿਆ। ਜਿਹੜੇ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਉਦਾਸੀਨ ਭੇਖ ਦੇ ਸਾਧੂ ਮਹਾਤਮਾ ਨੇ, ਉਹ ਆਪਣਾ ਆਪ ਗੁਰੂ ਗ੍ਰੰਥ ਸਾਹਿਬ ਨਾਲੋਂ ਗੁਰੂ ਘਰ ਨਾਲੋਂ ਬਿਲਕੁਲ ਹੀ ਨਹੀਂ ਤੋੜ ਸਕਦੇ। ਪਰ ਪੰਜਾਬ ਤੋਂ ਬਾਹਰ ਬਹੁਤ ਸਾਰੇ ਉਦਾਸੀ ਮਹੰਤ ਨੇ ਜਿਨ੍ਹਾਂ ਨੇ ਸਹਿਜੇ ਸਹਿਜੇ ਕਰਕੇ ਬਿਲਕੁਲ ਹੀ ਕਿਨਾਰਾ ਕਰ ਲਿਆ, ਕਿਉਂਕਿ ਜਦੋਂ ਉਹਨਾਂ ਦੇ ਅਸਥਾਨਾਂ ਦੇ ਉੱਤੇ ਜਿੱਥੇ ਉਹਨਾਂ ਦੀ ਸੇਵਾ ਸੰਭਾਲ ਹੈ ਉੱਥੇ ਕਬਜ਼ੇ ਕਰਨ ਦੀ ਬਿਰਤੀ ਬਣ ਗਈ ਤੇ ਉਹਨਾਂ ਨੇ ਹੌਲੇ ਹੌਲੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਡੇਰਿਆਂ ਤੋਂ ਚੁੱਕ ਦਿੱਤੇ, ਸਮੇਟ ਦਿੱਤੇ। ਪਰ ਇਹ ਉਦਾਸੀ, ਨਿਰਮਲੇ, ਨਿਹੰਗ ਸਿੰਘ, ਜਿੰਨੀਆਂ ਸਾਡੀਆਂ ਪੁਰਾਤਨ ਸੰਪਰਦਾਵਾਂ ਨੇ, ਇਹ ਗੁਰੂ ਘਰ ਦਾ ਅਨਿਖੜਵਾਂ ਅੰਗ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਨਾਲ ਇਹਨਾਂ ਦਾ ਮੇਲ ਗੁਰਦੇਵ ਨੇ ਖੁਦ ਆਪ ਬਣਾਇਆ, ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਮਿਲਾਇਆ ਹੋਵੇ ਉਹਨਾਂ ਨੂੰ ਕੋਈ ਵਿਛੋੜ ਨਹੀਂ ਸਕਦਾ। ਹੁਣ ਸਮਾਂ ਕੁਝ ਇਹੋ ਜਿਹਾ ਆ ਗਿਆ, ਉਦਾਸੀਨ ਮਹਾਂਪੁਰਸ਼ਾਂ ਦਾ ਫਿਰ ਬੋਲਬਾਲਾ ਹੋਇਆ ਹੈ ਔਰ ਗੁਰੂ ਘਰ ਦੇ ਨਾਲ ਮੁੜ ਦੁਬਾਰਾ ਇਹਨਾਂ ਦੀ ਸਾਂਝ ਬਣਨੀ ਸ਼ੁਰੂ ਹੋ ਗਈ ਹੈ। ਸੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਇਆਨੰਦ ਪਾਤਸ਼ਾਹ ਕਹਿਣ ਲੱਗੇ, ਜਾਓ ਮਹੰਤ ਜੀ ਨੂੰ ਸਾਡੇ ਕੋਲ ਬੁਲਾ ਕੇ ਲਿਆਓ। ਰੱਖੀ ਭੇਖ ਕੀ ਲਾਜ ਬੜਾਈ। ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਭੇਖ ਦੀ, ਇਹ ਭੇਖ ਉਦਾਸੀਆਂ ਦਾ ਜਿਹੜਾ ਇਹ ਭੇਖ ਹੈ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਭੇਖ ਹੈ। ਕਹਿੰਦੇ ਉਦਾਸੀਆਂ ਦੇ ਇਸ ਭੇਖ ਦੀ ਲਾਜ ਮਹੰਤ ਕਿਰਪਾਲ ਦਾਸ ਜੀ ਨੇ ਰੱਖੀ ਹੈ। ਹੁਕਮ ਸੁਨਤ ਗੁਰ ਕੋ ਸਿੱਖ ਗਇਓ। ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੱਖ ਕਿਰਪਾਲ ਸਿਲਾ ਪਹੁੰਚਿਆ। ਧਿਆਨ ਵਿਖੇ ਥਿਤ ਦੇਖਤ ਪਇਓ। ਜਾ ਕੇ ਕੀ ਵੇਖਿਆ ਕਿ ਕਿਰਪਾਲ ਦਾਸ ਜੀ ਉਸੇ ਪੱਥਰ ਦੀ ਸਿਲਾ ਤੇ ਬੈਠੇ ਨੇ, ਧਿਆਨ ਦੀ ਅਵਸਥਾ ਦੇ ਵਿੱਚ, ਨੇਤਰ ਮੁਦਰਤ ਹਨ। ਅੰਗ ਹਿਲਾਏ ਸਮਾਦ ਛੁਟਾਈ। ਸਮਾਧੀ ਵਿੱਚ ਸੀ, ਆਵਾਜ਼ ਮਾਰੀ ਨਹੀਂ ਸੁਣਿਆ। ਫਿਰ ਉਹਨਾਂ ਨੇ ਜਾ ਕੇ ਹੌਲੇ ਜਿਹੇ ਚਰਨ ਪਕੜਿਆ ਮਹੰਤ ਜੀ ਦਾ। ਕੋਈ ਮਹਾਤਮਾ ਸਾਧੂ ਆਰਾਮ ਕਰ ਰਿਹਾ ਹੋਵੇ ਜਾਂ ਸਮਾਧੀ ਸਥਿਤ ਹੋਵੇ ਤੇ ਤਰੀਕਾ ਇਹੀ ਹੈ ਉਹਨਾਂ ਦਾ ਚਰਨ ਪਕੜਨਾ। ਤੋ ਇਸ ਸਿੱਖ ਨੇ ਜਾ ਕੇ ਉਹਨਾਂ ਦਾ ਚਰਨ ਪਕੜ ਕੇ ਥੋੜਾ ਜਿਹਾ ਦੱਬਿਆ, ਹਿਲਾਇਆ ਹੈ। ਬਿਕਸੇ ਲੋਚਨ ਜੋਤੀ ਅਰੁਨਾਈ। ਤੇ ਮਹੰਤ ਜੀ ਦੀਆਂ ਅੱਖਾਂ ਖੁੱਲੀਆਂ ਹਨ, ਨੇਤਰ ਖੁੱਲੇ ਹਨ। ਮਸਤਕ ਟੇਕ ਕਯੋ ਸਿੱਖ ਤਬੇ। ਉਸ ਸਿੱਖ ਨੇ ਮਹੰਤ ਕਿਰਪਾਲ ਦਾਸ ਜੀ ਦਾ ਸਤਿਕਾਰ ਕਰਦਿਆਂ ਉਹਨਾਂ ਅੱਗੇ ਸੀਸ ਝੁਕਾਇਆ, ਨਮਸਕਾਰ ਕੀਤੀ ਤੇ ਬਚਨ ਕਹੇ, ਤੁਮ ਕੋ ਪ੍ਰਭੂ ਹਕਾਰਤੀ ਅਬੇ। ਆਖਿਆ ਮਹੰਤ ਜੀ, ਕਲਗੀਆਂ ਵਾਲੇ ਬਾਜਾਂ ਵਾਲੇ ਪ੍ਰੀਤਮ ਸੁਆਮੀ ਜੀ ਨੇ ਆਪ ਜੀ ਨੂੰ ਆਪਣੇ ਕੋਲ ਸੱਦਿਆ, ਆਪ ਜੀ ਨੂੰ ਯਾਦ ਕੀਤਾ ਹੈ। ਕਰਤ ਉਤਾਇਲ ਮੋਹੇ ਪਠਾਇਓ। ਔਰ ਬੜੀ ਛੇਤੀ ਨਾਲ ਉਹਨਾਂ ਨੇ ਮੈਨੂੰ ਆਪ ਜੀ ਦੇ ਕੋਲ ਆਪ ਜੀ ਨੂੰ ਬੁਲਾਉਣ ਲਈ ਭੇਜਿਆ। ਇਸ ਕਾਰਨ ਤੇ ਧਿਆਨ ਛੁਟਾਇਓ। ਤੇ ਮੈਂ ਖਿਮਾ ਮੰਗਦਾ ਕਿ ਮੈਨੂੰ ਆਪ ਜੀ ਦਾ ਧਿਆਨ ਖੋਲਣਾ ਪਿਆ, ਆਪ ਜੀ ਦੇ ਧਿਆਨ ਦੇ ਵਿੱਚ ਮੈਂ ਵਿਘਨ ਪਾਇਆ, ਇਸ ਗੱਲ ਦੀ ਮੈਂ ਖਿਮਾ ਮੰਗਦਾ ਹਾਂ। ਜਾਂ ਤੇ ਚੀਮਾ ਮੋਏ ਪਰ ਧਰੀਏ। ਮਹਾਰਾਜ ਖਿਮਾ ਕਰਿਓ, ਕਿਉਂਕਿ ਖਿਮਾ ਦੇ ਬਰਾਬਰ ਦੁਨੀਆ 'ਚ ਕੋਈ ਤਪ ਨਹੀਂ ਹੈ। ਜਿੱਥੇ ਖਿਮਾ ਹੈ ਉੱਥੇ ਰੱਬ ਆਪ ਬੌੜਦਾ ਹੈ। ਮਹਾਰਾਜ ਖਿਮਾ ਕਰ ਦੇਣਾ, ਮੈਨੂੰ ਆਪ ਜੀ ਦਾ ਧਿਆਨ ਤੋੜਨਾ ਪਿਆ, ਕਿਉਂਕਿ ਕਲਗੀਧਰ ਜੀ ਨੇ ਬਹੁਤ ਸ਼ੀਘਰਤਾਈ ਨਾਲ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਸ਼੍ਰੀ ਸਤਿਗੁਰ ਕੇ ਨਿਕਟ ਸਿਧਰੀਐ। ਚਲੋ ਮਹੰਤ ਜੀ, ਆਪ ਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚਲੋ। ਤਤ ਚਿੰਨ ਉਠਿਓ ਹੁਕਮ ਸੁਨ ਗੁਰ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਦਿਆਂ ਮਹੰਤ ਕਿਰਪਾਲ ਦਾਸ ਜੀ ਇੱਕਦਮ ਸਿਲਾ ਤੋਂ ਆਪਣੇ ਆਸਣ ਤੋਂ ਉੱਠੇ। ਕੇ ਹਰ ਸਮ ਉਤਸਾਹਤ ਉਰ ਕੋ। ਉਤਸ਼ਾਹ ਇੰਨਾ ਜਿਵੇਂ ਬੱਬਰ ਸ਼ੇਰ ਦੇ ਅੰਦਰ ਹੁੰਦਾ ਨਾ ਸ਼ਿਕਾਰ ਖੇਡਣ ਵਾਸਤੇ, ਕਹਿੰਦੇ ਸ਼ੇਰ ਵਰਗਾ ਉਤਸ਼ਾਹ ਹੈ ਕਿਰਪਾਲ ਦਾਸ ਜੀ ਦੇ ਅੰਦਰ। ਸ਼ੀਗਰ ਕਰਤ ਗੁਰ ਨਿਕਟ ਸਿਧਾਰਾ। ਬੜੀ ਸ਼ੀਘਰਤਾਈ ਨਾਲ ਕਾਲੇ ਕਾਲੇ ਪੈਰ ਪੁੱਟਦਿਆਂ
ਮਹੰਤ ਕਿਰਪਾਲ ਦਾਸ ਜੀ ਉਸ ਸਿੱਖ ਦੇ ਨਾਲ ਸਤਿਗੁਰਾਂ ਵੱਲ ਆਏ। ਪਹੁੰਚਿਓ ਦਰਸ਼ਨ ਚਾਰੂ ਨਿਹਾਰਾ। ਆਏ, ਆਣ ਕੇ ਮਹਾਰਾਜ ਜੀ ਦੇ ਸੋਹਣੇ ਜੇ ਦਰਸ਼ਨ ਦੀਦਾਰ ਕੀਤੇ, ਪਾਤਸ਼ਾਹ ਦੀ ਸੋਹਣੀ ਸੁੰਦਰ ਮੂਰਤ ਦੇ ਦੀਦਾਰ ਕੀਤੇ। ਦੋਨੋਂ ਹੱਥ ਜੋੜ ਕਰ ਨਮੋ। ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਨੇ। ਦੋਨੋਂ ਹੱਥ ਜੋੜ ਕਰਕੇ ਮਹਾਰਾਜ ਜੀ ਨੂੰ ਨਮੋ 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 ਏਦਾਂ ਨਮਸਕਾਰ ਕੀਤੀ। ਆਏ ਮਿਲੇ ਬੈਠਿਓ ਤੈ ਸਮੋ। ਔਰ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਮਹੰਤ ਕਿਰਪਾਲ ਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਗਏ। ਦੀਰਘ ਜਟਾ ਜੂਟ ਸਿਰ ਬਾਦਾ। ਮਹੰਤ ਜੀ ਦੇ ਸੀਸ ਉੱਤੇ ਜਟਾਵਾਂ ਦਾ ਜੂੜਾ ਸੀ। ਕੇਸ ਜਿਹੜੇ ਸਨ ਉਹ ਜਟਾਵਾਂ ਬਣੇ ਹੋਏ ਸੀ ਤੇ ਜਟਾਵਾਂ ਦਾ ਇੱਕ ਵੱਡਾ ਸਾਰਾ ਜੂੜਾ ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਸੀਸ ਉੱਤੇ ਕੀਤਾ ਹੋਇਆ ਹੈ। ਰੋਕ ਰਿਖੀ ਕਨ ਮਨ ਜੈ ਸਾਦਾ। ਔਰ ਆਪਣੀਆਂ ਇੰਦਰੀਆਂ ਦਾ ਦਮਨ ਕਰਕੇ ਆਪਣੇ ਮਨ ਨੂੰ ਕਾਬੂ ਕੀਤਾ ਹੋਇਆ ਹੈ। ਇੰਦਰੀਆਂ ਦਾ ਦਮਨ ਕਰਕੇ ਸਾਮ ਔਰ ਦਮ, ਇਹ ਦੋ ਪ੍ਰਕਿਰਿਆਵਾਂ ਨੇ। ਇੰਦਰੀਆਂ ਦਾ ਦਮਨ ਔਰ ਮਨ ਦਾ ਦਮਨ। ਕਹਿੰਦੇ ਮਨ ਨੂੰ, ਇੰਦਰੀਆਂ ਨੂੰ ਰੋਕ ਕੇ ਫਿਰ ਆਪਣੇ ਮਨ ਨੂੰ ਸਾਧਿਆ ਹੋਇਆ ਮਹੰਤ ਕਿਰਪਾਲ ਦਾਸ ਜੀ ਨੇ। ਸਰਭੰਗਨ ਮੈਂ ਲਗੀ ਵਿਭੂਤ। ਤੇ ਜਿਹੜੇ ਉਦਾਸੀ ਸੰਤ ਹੁੰਦੇ ਆ ਇਹ ਧੂਣਾ ਰੱਖਦੇ ਆਪਣੇ ਕੋਲ। ਹੁਣ ਵੀ ਉਦਾਸੀ ਸੰਤਾਂ ਦੇ ਜਿਹੜੇ ਅਸਥਾਨ ਨੇ ਬਾਬਾ ਸ਼੍ਰੀ ਚੰਦ ਜੀ ਦੇ, ਉੱਥੇ ਤਕਰੀਬਨ ਧੂਣਾ ਹੁੰਦਾ ਹੈ ਔਰ ਉਹਦੀ ਜਿਹੜੀ ਸਵਾਹ ਹੈ ਉਹ ਆਪਣੇ ਤਨ ਦੇ ਉੱਤੇ ਮਲਦੇ ਨੇ। ਮਹੰਤ ਕਿਰਪਾਲ ਦਾਸ ਜੀ ਦੇ ਮਸਤਕ ਦੇ ਉੱਤੇ ਸਵਾਹ ਲੱਗੀ ਹੋਈ ਹੈ। ਸ਼ੋਭਤ ਮਨੋ ਦਾਤੇ ਅਵਧੂਤ। ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਸੰਨਿਆਸੀ ਭਗਵਾਨ ਦੱਤ ਜੀ ਹੋਏ ਨੇ ਨਾ। 24 ਅਵਤਾਰਾਂ ਦੇ ਵਿੱਚੋਂ ਇੱਕ ਅਵਤਾਰ ਦੱਤ ਜੀ ਦਾ ਅਵਤਾਰ ਹੋਇਆ ਹੈ। ਕਹਿੰਦੇ ਕਿਰਪਾਲ ਦਾਸ ਜੀ ਉਸ ਦੱਤ ਸੰਨਿਆਸੀ ਵਾਂਗੂ ਸੋਭਨੀਕ ਹੋ ਰਹੇ ਨੇ। ਤਪ ਕੋ ਤੇਜ ਦਿਪਤ ਹੈ ਐਸੇ। ਇਹਨਾਂ ਦੇ ਸਰੀਰ ਤੇ ਚਿਹਰੇ ਤੇ ਭਾਰੀ ਤਪੱਸਿਆ ਦਾ ਤੇਜ ਹੈ। ਸਾਧਕ ਸਨ, ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਸਨ ਔਰ ਤਪੱਸਿਆ ਦਾ ਜਿਹੜਾ ਤੇਜ ਹੈ ਉਹ ਇਹਨਾਂ ਦੇ ਤਨ ਤੇ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ। ਰਿਖੀਅਨ ਮੈਂ ਕਟ ਨੰਦਨ ਜੈਸੇ। ਕਹਿੰਦੇ ਜਿਵੇਂ ਰਿਸ਼ੀਆਂ ਦੇ ਵਿੱਚ ਘਟ ਨੰਦਨ ਜੀ ਬੈਠਦੇ ਹਨ। ਬ੍ਰਹਮਚਰਜ ਮੈਂ ਬੜੋ ਸੁਪੱਤਾ। ਔਰ ਬ੍ਰਹਮਚਰਜ ਦੇ ਵਿੱਚ ਬੜੇ ਪਰਪੱਕ ਹਨ। ਬ੍ਰਹਮਚਰਜ ਗੁਰੂ ਖਾਲਸਾ ਜੀ ਕੇਵਲ ਇੱਕ ਇੰਦਰੀਆ ਤੋਂ ਵੀਰਿਆ ਨੂੰ ਰੋਕਣ ਨੂੰ ਬ੍ਰਹਮਚਰਜ ਨਹੀਂ ਕਹਿੰਦੇ। 8 ਪ੍ਰਕਾਰ ਦੇ ਕਾਮ ਦੇ ਉੱਤੇ ਜਿਹੜਾ ਜਿੱਤ ਪ੍ਰਾਪਤ ਕਰ ਲਵੇ ਉਹਨੂੰ ਬ੍ਰਹਮਚਰਜ ਦਾ ਧਾਰਨੀ ਕਹਿੰਦੇ ਹਨ। ਸੋ ਐਸੇ ਬ੍ਰਹਮਚਾਰੀ ਸਨ, ਯਾਨੀ ਕਿ ਬ੍ਰਹਮਚਰਜ ਦੀ ਪਾਲਣਾ ਕਰਨ ਵਾਲੇ। ਔਰ ਉਹ ਬ੍ਰਹਮਚਰਜ ਇਹਨਾਂ ਦੇ ਮਸਤਕ ਦੇ ਉੱਤੇ ਝਲਕਦਾ ਸੀ। ਪਤਾ ਲੱਗਦਾ ਸੀ ਕਿ ਬ੍ਰਹਮਚਰਜ ਦੀ ਅਵਸਥਾ ਦੇ ਧਾਰਨੀ ਹਨ। ਗੁਰ ਕੇ ਚਰਨ ਨਾਮ ਰਸ ਮੱਤਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਔਰ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਰਸ ਵਿੱਚ ਮਹੰਤ ਕਿਰਪਾਲ ਦਾਸ ਜੀ ਉਦਾਸੀਨ ਮਹਾਪੁਰਸ਼ ਰੰਗ ਵਿੱਚ ਰੰਗੇ ਹੋਏ, ਸਾਧਨਾ ਦੇ ਰੰਗ ਵਿੱਚ ਰੰਗੇ ਹੋਏ, ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਕਰ ਪੱਗ ਕੇ ਨਖ ਬਦੇ ਵਿਸਾਲਾ। ਔਰ ਉਦਾਸੀਨ ਭੇਖ ਵਿੱਚ ਇਹ ਤਕਰੀਬਨ ਸੰਨਿਆਸੀਆਂ ਵਰਗੀ ਇਹਨਾਂ ਦੀ ਜ਼ਿੰਦਗੀ ਹੁੰਦੀ, ਗ੍ਰਸਤੀ ਨਹੀਂ ਹੁੰਦੇ ਹਨ। ਤੇ ਸਰੀਰ ਦਾ ਉਹ ਕਹਿੰਦੇ ਹੱਥਾਂ ਤੇ ਪੈਰਾਂ ਦੇ ਨਾਖੂਨ ਵੀ, ਕਿਉਂਕਿ ਉਦਾਸੀਨ ਭੇਖ ਵਿੱਚ ਰਹਿਣ ਕਰਕੇ, ਲੰਮੀ ਸਾਧਨਾ ਵਿੱਚ ਰਹਿਣ ਕਰਕੇ ਉਹ ਨਾਖੂਨ ਇਹਨਾਂ ਦੇ ਵਧੇ ਹੋਏ ਨੇ। ਕਸੀ ਕੁਪੀਨ ਦਿਪਤ ਵੱਡ ਭਾਲਾ। ਔਰ ਲੱਕ ਦੇ ਨਾਲ ਇਹਨਾਂ ਨੇ ਲੰਗੋਟ ਬੱਧਾ ਹੋਇਆ। ਲੰਗੋਟੀ ਰੱਖਦੇ ਨੇ ਤੇੜ, ਤੇ ਉਹ ਲੰਗੋਟੀ ਜਿਹੜੀ ਹੈ ਉਹ ਇਹਨਾਂ ਨੇ ਲੱਕ ਦੇ ਨਾਲ ਬੱਧੀ ਹੋਈ ਹੈ। ਇੱਕ ਤੂੰਬਾ ਹਿਤ ਪੀਵਨ ਬਾਰੀ। ਪਾਣੀ ਪੀਣ ਲਈ ਇੱਕ ਤੂੰਬਾ ਰੱਖਿਆ ਹੋਇਆ ਆਪਣੇ ਹੱਥ ਵਿੱਚ। ਇੰਨਾ ਕਿ ਉਦਾਸੀਆਂ ਦੇ ਕੋਲ ਇੰਨਾ ਕਿ ਰਾਜ ਸਾਜ ਹੁੰਦਾ। ਸਹਿਜੇ ਸਹਿਜੇ ਕਰਕੇ ਫਿਰ ਐਸ਼ ਪ੍ਰਸਤੀ ਵਿੱਚ ਵੀ ਪੈ ਗਏ। ਜਦੋਂ ਵੱਡੇ ਵੱਡੇ ਡੇਰੇ, ਜ਼ਮੀਨਾਂ, ਜਾਇਦਾਦਾਂ ਆ ਗਈਆਂ ਤੇ ਫਿਰ ਉਹਦੇ ਵਿੱਚ ਮਸਤ ਹੋ ਗਏ। ਨਹੀਂ ਤਾਂ ਇਦਾਂ ਦੇ ਅਵਧੂਤ ਅਵਸਥਾ 'ਚ ਹੀ ਰਹਿੰਦੇ ਸਨ। ਇੱਕ ਜਗ੍ਹਾ ਤੇ ਨਹੀਂ ਰਹਿਣਾ, ਟੁਰਦੇ ਫਿਰਦੇ ਰਹਿਣਾ, ਪ੍ਰਚਾਰ ਕਰਨਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ। ਤੋ ਕਹਿੰਦੇ ਮਹੰਤ ਕਿਰਪਾਲ ਦਾਸ ਜੀ ਦੇ ਇੱਕ ਹੱਥ ਦੇ ਵਿੱਚ ਤੂੰਬਾ, ਜਿਹਦੇ ਵਿੱਚ ਉਹਨਾਂ ਨੇ ਜਲ ਭਰਿਆ ਹੋਇਆ ਹੈ ਕਿ ਲੋੜ ਪੈਣ ਤੇ ਜਲ ਛਕ ਲੈਣਾ। ਤੇ ਜੇ ਕੋਈ 2 ਪ੍ਰਸ਼ਾਦੇ ਦੇ ਗਿਆ ਛਕ ਲੈਣੇ, ਨਾ ਦੇ ਗਿਆ ਤਾਂ ਉਸੇ ਤੂੰਬੇ ਚੋਂ ਜਲ ਛਕ ਕੇ ਆਪਣੇ ਨਿਰਵਾਹ ਕਰਨਾ। ਕੁੱਤਕਾ ਗਏ ਹੱਥ ਮੈਂ ਭਾਰੀ। ਤੇ ਦੂਜੇ ਹੱਥ ਵਿੱਚ ਇੱਕ ਚੰਗਾ ਮੋਟਾ ਜਿਹੜਾ
ਪੰਜਵਾਂ ਵੇਦ ਹੈ, ਜਾਂ ਜਿਹਨੂੰ ਖਾਲਸੇ ਦੇ ਬੋਲੇ 'ਚ ਸਲੋਤਰ ਵੀ ਕਹਿੰਦੇ ਨੇ, ਅਕਲਦਾਨ ਵੀ ਕਹਿੰਦੇ ਨੇ। ਬੜਾ ਚੰਗਾ ਮੋਟਾ ਜਿਹੜਾ ਸੋਟਾ ਸੀ ਉਹ ਮਹੰਤ ਜੀ ਦੇ ਦੂਸਰੇ ਹੱਥ ਵਿੱਚ ਹੈ, ਸ਼ਮਸ ਬਦਨ ਪਰ ਚਮਕਤ ਆਹੇ। ਔਰ ਚਿਹਰੇ ਦੇ ਉੱਤੇ ਲੰਮਾ ਦਾੜਾ ਹੈ, ਕਿਉਂਕਿ ਉਦਾਸੀਨ ਕੇਸਾਧਾਰੀ ਹੁੰਦੇ ਹੈ। ਤੋ ਲੰਮਾ ਚਿਹਰੇ ਦੇ ਉੱਤੇ ਦਾੜਾ ਜਿਹੜਾ ਇਹਨਾਂ ਦੇ ਚਿਹਰੇ ਤੇ ਪ੍ਰਕਾਸ਼ਮਾਨ ਹੈ। ਵਸਤਰ ਵਿਹੀਨ ਦਿਗੰਬਰ ਰਹੇ। ਕੇਵਲ ਇੱਕ ਲੰਗੋਟੀ ਹੈ ਤੇੜ, ਬਾਕੀ ਸਾਰਾ ਸਰੀਰ ਇਹਨਾਂ ਦਾ ਉਹ ਨਗਨ ਹੈ। ਤਨ ਸਤੂਲ ਅਰ ਪੇਟ ਵਿਸਾਲਾ। ਸਰੀਰ ਚੰਗਾ ਥੂਲ ਹੈ ਔਰ ਪੇਟ ਵੀ ਜਿਹੜਾ ਹੈ ਉਹ ਵਧਿਆ ਹੋਇਆ ਹੈ। ਲਾਂਬੀ ਭੁਜਾ ਮਹਾਬਲ ਵਾਲਾ। ਲੰਮੀਆਂ ਲੰਮੀਆਂ ਬਾਹਾਂ ਨੇ ਤੇ ਬਾਹਾਂ ਵਿੱਚ ਵੀ ਪਤਾ ਲੱਗਦਾ ਵੀ ਬਲ ਹੈ। ਸਤਿਗੁਰ ਸਨਮੁਖ ਮੈਦ ਸੁਹਾਇਓ। ਸਤਿਗੁਰੂ ਕਲਗੀਧਰ ਜੀ ਦੇ ਸਾਹਮਣੇ ਮਹੰਤ ਜੀ ਬੈਠੇ ਸ਼ੋਭਨੀਕ ਹੋ ਰਹੇ ਨੇ। ਮਨੋ ਗਿਆਨ ਟਿਗ ਤਪ ਚੱਲ ਆਇਓ। ਕਹਿੰਦੇ ਮਾਨੋ ਗਿਆਨ ਦੇ ਕੋਲ ਤਪ ਚੱਲ ਕੇ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਜੀ ਗਿਆਨ ਸਵਰੂਪ ਨੇ ਔਰ ਮਹੰਤ ਕਿਰਪਾਲ ਦਾਸ ਜੀ ਤਪ ਸਵਰੂਪ ਨੇ। ਕਹਿੰਦੇ ਗਿਆਨ ਦੇ ਕੋਲ ਜਿਵੇਂ ਤਪ ਸੋਭਨੀਕ ਹੋ ਰਿਹਾ, ਕਹਿੰਦੇ ਇਦਾਂ ਦੀ ਖੇਡ ਦਿਸ ਰਹੀ ਹੈ ਭਾਈ ਸੰਤੋਖ ਸਿੰਘ ਜੀ। ਨਜ਼ਰੀਆ ਵੇਖੋ ਉਹਨਾਂ ਦਾ। ਕਲਗੀਧਰ ਗਿਆਨਮਈ ਸਵਰੂਪ ਪਰਮੇਸ਼ਵਰ ਨੇ ਨਾ ਆਪ, ਤੇ ਇਹ ਉਸ ਗਿਆਨ ਨੂੰ ਪ੍ਰਾਪਤ ਕਰਨ ਲਈ ਸਾਧਨਾ ਕਰਨ ਵਾਲੇ ਤਪਸਵੀ ਨੇ। ਕਹਿੰਦੇ ਜੈਸੇ ਗਿਆਨ ਕੋਲ ਤਪ ਆ ਕੇ ਬੈਠਾ ਹੈ, ਏਦਾਂ ਮਹੰਤ ਕਿਰਪਾਲ ਦਾਸ ਜੀ ਕਲਗੀਧਰ ਕੋਲ ਬੈਠੇ ਸੋਭਨੀਕ ਹੋ ਰਹੇ ਨੇ। ਕਿਦੋਂ ਬਿਸ਼ਨ ਕੇ ਦਰਸ਼ਨ ਕਾਰਨ। ਕਿ ਦੇਵਤਿਆਂ ਵਿੱਚੋਂ ਜੋ ਭਗਵਾਨ ਵਿਸ਼ਨੂੰ ਹੈ ਉਹਦੇ ਦਰਸ਼ਨਾਂ ਨੂੰ ਮਹਾਦੇਵ ਬੈਠਿਓ ਰਿਪਦਾਰਨ। ਤੇ ਸਰੀਰ ਤੇ ਸਵਾਹ ਮਲ ਕੇ ਸ਼ਿਵ ਜੀ ਪਹੁੰਚੇ ਤੇ ਆਖੇ ਵਿਸ਼ਨੂੰ ਜੀ ਦੇ ਮੈਂ ਦਰਸ਼ਨ ਕਰਨੇ ਆ, ਉਹ ਕੋਲ ਆ ਕੇ ਬੈਠਾ ਹੋਵੇ। ਇਹ ਉਦਾਹਰਣ ਹੈ। ਐਸਾ ਨਹੀਂ ਕਿ ਕਲਗੀਧਰ ਜੀ ਨੂੰ ਵਿਸ਼ਨੂੰ ਕਹਿ ਰਹੇ ਨੇ ਜਾਂ ਫਿਰ ਮਹੰਤ ਕਿਰਪਾਲ ਦਾਸ ਨੂੰ ਉਦਾਹਰਣ ਦਾ ਇੱਕ ਪੱਖ ਲੈ ਰਹੇ ਨੇ। ਕਹਿੰਦੇ ਏਦਾਂ ਜਾਂ ਪ੍ਰਤੀਤ ਹੋ ਰਿਹਾ ਹੈ। ਰਾਮਚੰਦ ਟਿਗ ਕਿਦੋਂ ਅਗਸਤ। ਫਿਰ ਕਹਿੰਦੇ ਮਾਨੋ ਜਿਵੇਂ ਭਗਵਾਨ ਰਾਮਚੰਦਰ ਸਿੱਖ ਵੇਖ ਰਹੇ ਨੇ। ਮਹੰਤ ਜੀ ਦੀ ਅਤ ਉੱਚ ਅਵਸਥਾ ਦੀ ਖੇਡ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਾਣਦੇ ਨੇ ਕਿ ਉਹਨਾਂ ਦੇ ਅੰਦਰ ਕੀ ਰਸ ਹੈ। ਔਰ ਕਲਗੀਧਰ ਪਾਤਸ਼ਾਹ ਜੀ ਦੀ ਮਹਿਮਾ ਨੂੰ ਮਹੰਤ ਕਿਰਪਾਲ ਦਾਸ ਜੀ ਜਾਣਦੇ ਨੇ। ਵਾਰਤਾ ਹੋ ਰਹੀ ਹੈ, ਉਧਰੋਂ ਫੌਜਾਂ ਦੀ ਚੜ੍ਹਾਈ ਹੋਈ ਹੈ, ਜੰਗ ਸ਼ੁਰੂ ਹੋ ਰਿਹਾ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ